ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਦਕਿਸਮਤੀ ਅਸੀਂ 1920 ਦੇ ਵਿੱਚ ਸਿਲੈਕਸ਼ਨ ਕੀਤੀ, 1925 ਦੇ ਵਿੱਚ ਸਾਡੇ ਗਲ ਰਾਜਨੀਤਿਕ ਲੋਕਾਂ ਨੇ ਮੁੜ ਇਲੈਕਸ਼ਨ ਪਾਈ। और अज 100 साल बाद हालात ਉਹੀ बन गए। जो नरैणू महंत करदा सीगा, गुरु घरां दे विच नशे करने, केसां दी धूमां दी भी करनी, ਧੀਆਂ ਦੀਆਂ 13-13 साल ਦੀਆਂ ਬੱਚੀਆਂ ਰੋੜ ਕੇ ਰੱਖ ਦਿੱਤੀਆਂ। ਇੱਥੋਂ ਤੱਕ ਗਰਕ ਗਏ ਨੇ ਗੁਰੂ ਕੇ ਲੰਗਰ, ਦਾਲਾਂ ਹੋਰ ਛਕਣ ਛਕਾਉਣ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਵੀ ਚੋਰੀ ਵੇਚ ਕੇ ਖਾ ਗਏ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗੁਰਦੁਆਰੇ 'ਚ ਸ਼ਰਾਬ ਪੀਂਦੇ ਨੇ, ਮੀਟ ਖਾਂਦੇ ਨੇ, ਉਲਟੀਆਂ ਸਤਿਗੁਰਾਂ ਦੇ ਸਰੂਪ ਤੇ ਕਰਦੇ ਨੇ। ਉਹ ਸਰੂਪ ਅਜੇ ਤੱਕ ਲੱਭਾ ਨਹੀਂ ਕਿੱਥੇ ਹੈ। ਇੰਨੀ ਇਹਨਾਂ ਦੀ ਮਜਬੂਰੀ ਬਣ ਗਈ ਹੈ ਕਿ ਅੱਜ ਉਹਨਾਂ ਨੂੰ ਬਾਹਰੋਂ ਨਕਲ ਕਰਨੀ ਪੈ ਰਹੀ ਆ, ਔਰ ਇਹ ਵੀ ਕਹਿਣਾ ਪੈ ਰਿਹਾ ਕਿ ਅਸੀਂ ਉੱਥੇ ਮੈਡੀਕਲ ਦਿਆਂਗੇ ਜੀ, ਐਜੂਕੇਸ਼ਨ ਦਿਆਂਗੇ ਜੀ, ਅਸੀਂ ਕਿਸਾਨ ਛੁਡਾ ਦਿੱਤੇ ਜੀ। ਕਈ ਤਰ੍ਹਾਂ ਦੇ ਪਖੰਡ ਇਹਨਾਂ ਨੇ ਵੋਟਾਂ ਨੂੰ ਲੈ ਕੇ ਕੀਤੇ। ਸਿੱਖ ਸਦਭਾਵਨਾ ਦਲ ਦਾ ਮੈਨੀਫੈਸਟੋ ਉਹੀ ਹੈ ਜੋ 10 ਗੁਰੂ ਸਾਹਿਬਾਨਾਂ ਦਾ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ 328 ਸਰੂਪਾਂ ਨੂੰ ਲੈ ਕੇ ਕਿਸੇ ਸਰਨੇ ਦੀ, ਕਿਸੇ ਜੀਕੇ ਦੀ, ਕਿਸੇ ਸਿਰਸੇ ਦੀ, ਕਿਸੇ ਹੋਰ ਦੀ ਜ਼ੁਬਾਨ ਨਹੀਂ ਖੁੱਲੀ, ਜਿੰਦਰੇ ਵੱਜੇ ਹੋਏ ਨੇ, ਕਿਉਂਕਿ ਇਹ ਬਾਦਲਾਂ ਦੀਆਂ ਵੀ ਟੀਮਾਂ ਨੇ। ਇਹ ਆਪਸ ਵਿੱਚ ਫਰੈਂਡਲੀ ਮੈਚ ਖੇਡਦੇ ਨੇ, ਲੋਕਾਂ ਨੂੰ ਧੋਖਾ ਦੇ ਰਹੇ ਨੇ, ਕੇਵਲ ਵੋਟਾਂ ਖਾਤਰ ਇੱਕ ਦੂਜੇ ਨੂੰ ਗਾਲਾਂ ਜ਼ਰੂਰ ਕੱਢਦੇ ਨੇ, ਅੰਦਰੋਂ ਇਹ ਚੋਰ ਮਛੇਰੇ ਭਾਈ ਨੇ। ਇਹ ਗੱਲਾਂ ਕਰਦੇ ਨੇ ਪੜ੍ਹਾਈ ਦਿਆਂਗੇ, ਦਵਾਈ ਦਿਆਂਗੇ। ਉਹ ਗੋਲਕ ਚੋਰੋ, ਤੁਸੀਂ ਕਿੱਥੋਂ ਪੜ੍ਹਾਈ ਦਵਾਈ ਦੇਣ ਜੋਗੇ ਬਣ ਗਏ? ਤੇ ਗੁਰੂ ਕਹਿ ਰਿਹਾ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਜਿਸ ਗੁਰੂ ਦੇ ਸਿੱਖ ਇੰਨੇ ਅਮੀਰ ਹੋਣ, ਇਹ ਗੋਲਕ ਚੋਰ ਮੰਗਤੇ ਉਹਨਾਂ ਸਿੱਖਾਂ ਨੂੰ ਕੀ ਦੇ ਸਕਦੇ ਆ? ਤੁਸੀਂ 10 ਰੁਪਏ ਵਿੱਚੋਂ ਬੱਚਿਆਂ ਨੂੰ ਪੜ੍ਹਾਓਗੇ, ਉਹਦੇ ਬਾਰੇ ਜਾਣਨਾ ਪਾਓਗੇ। ਤੁਸੀਂ 10 ਰੁਪਏ ਅੱਜ ਦੇ ਸਮੇਂ ਵਿੱਚ 10 ਰੁਪਏ ਵਿੱਚ ਕਿਵੇਂ ਬੱਚੇ ਨੂੰ ਪੜ੍ਹਾਇਆ ਜਾ ਸਕਦਾ? ਇਹ ਚੋਰ ਬੈਠੇ ਨੇ ਇੱਧਰ ਦਿੱਲੀ ਦੇ ਵਿੱਚ। ਸਿਰਸਾ ਜਿਹੜਾ ਡੀਂਗਾ ਮਾਰਦਾ ਸੀ, ਮੈਂ ਲੰਗਰ ਲਾਤੇ, ਇਹ ਵੀ ਆਟਾ ਚੋਰੀ ਵੇਚਦਾ ਫੜਿਆ ਗਿਆ। ਇਹਦੇ ਤੇ ਕਿੰਨੇ ਮੁਕੱਦਮੇ ਦਰਜ ਹੋ ਗਏ। ਇੱਕ ਪ੍ਰਧਾਨ ਬਣਦਾ ਹੈ ਤੇ ਸ਼ਾਨ ਪੂਰਾ ਵੇਚਦਾ ਬਣਦਾ ਹੈ, ਪਰ ਜਿੱਦਣ ਲੈਂਦਾ ਹੈ ਉਹ 600 ਕਰੋੜ 1000 ਕਰੋੜ ਦਾ ਮਾਲਕ ਬਣ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA। ਮੈਂ ਹਾਂ ਚਰਨਜੀਤ ਕੌਰ। ਅੱਜ ਅਸੀਂ ਤੁਹਾਨੂੰ ਇੱਕ ਖਾਸ ਮੁੱਦੇ, ਗੰਭੀਰ ਮਸਲੇ ਮੁੱਦੇ ਦੇ ਨਾਲ ਅਸੀਂ ਆਪ ਜੀ ਦੇ ਨਾਲ ਤਾਰੁਫ ਕਰਾਵਾਂਗੇ। ਸਾਡੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਜੀ। ਭਾਈ ਬਲਦੇਵ ਸਿੰਘ ਜੀ ਵਡਾਲਾ ਜੋ ਕਿ ਸਿੱਖ ਸਦਭਾਵਨਾ ਦਲ ਦੀ ਇਸ ਸਮੇਂ ਅਗਵਾਈ ਕਰ ਰਹੇ ਹਨ। ਆਓ ਅਸੀਂ ਉਹਨਾਂ ਨੂੰ ਫਤਿਹ ਬੁਲਾਉਂਦੇ ਹਾਂ ਅਤੇ ਪੰਜਾਬੀ ਵਿਰਾਸਤ USA ਚੈਨਲ ਤੇ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਹੋ? ਠੀਕ ਹੋ ਆਪ ਜੀ ਭਾਈ ਸਾਹਿਬ ਜੀ? ਹਾਂ ਭੈਣ ਜੀ, ਬਹੁਤ ਵਧੀਆ, ਚੜ੍ਹਦੀ ਕਲਾ ਜੀ। ਚਲੋ, ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਸਾਨੂੰ ਬਖਸ਼ਿਸ਼ ਕੀਤਾ। ਸੋ ਅਸੀਂ ਅੱਜ ਕੁਝ ਸਵਾਲ ਸੰਗਤ ਵੱਲੋਂ ਲੈ ਕੇ ਤੁਹਾਡੀ ਕੋਲ ਆਏ ਹੈਗੇ ਆ। ਸੋ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਇਹ ਜੋ ਤੁਹਾਡੀ ਟੈਗ ਲਾਈਨ ਹੈਗੀ ਹੈ, ਜਿਸ ਦੇ ਨਾਲ ਤੁਸੀਂ ਜਾਣੇ ਪਛਾਣੇ ਜਾਂਦੇ ਹੋ, ਗੁਰਦੁਆਰਾ ਪ੍ਰਬੰਧਕ ਲਹਿਰ, ਇਹ ਤੁਹਾਡੇ ਨਾਲ ਕਿਉਂ ਵਰਤੀ ਜਾਂਦੀ ਹੈ ਤੇ ਇਸ ਦੇ ਬਾਰੇ ਥੋੜਾ ਦੱਸਣਾ ਚਾਹੋ ਸਾਨੂੰ ਪਲੀਜ਼। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਬਾਬਾ ਬੁੱਢਾ ਸਾਹਿਬ ਜੀ ਨੇ ਉਦੋਂ ਸ਼ੁਰੂ ਕੀਤੀ ਜਦੋਂ ਸਿੱਖ ਨੀਤੀ ਦੇ ਵਿੱਚ ਸਮੇਂ ਦੀ ਰਾਜਨੀਤੀ ਨੇ ਘੁਸਪੈਠ ਕਰਕੇ ਸਿੱਖ ਅਮਾਨਤ ਦੇ ਵਿੱਚ ਖਿਆਨਤ ਕਰਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਜਿਹੜਾ ਸਾਡਾ ਪੰਥ ਹੈ, ਲਹਿਣੇ ਤੋਂ ਨਾਨਕ ਹੋਣਾ ਹੈ, ਚੇਲੇ ਤੋਂ ਗੁਰੂ ਹੋਣਾ ਹੈ, ਮਨੁੱਖ ਤੋਂ ਪਰਮੇਸ਼ਰ ਹੋਣਾ ਹੈ, ਦਾਨੇ ਤੋਂ ਭਾਈ ਮਰਦਾਨੇ ਹੋਣਾ ਹੈ।
ਦਇਆ ਰਾਮ ਤੋਂ ਭਾਈ ਦਇਆ ਸਿੰਘ ਹੋਣਾ ਹੈ, ਬੰਦੇ ਤੋਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਹੈ। ਇਹਦੀ ਪੂਰਤੀ ਲਈ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਮੰਜ਼ਿਲ ਸਰ ਕਰਨ ਲਈ ਸਾਨੂੰ ਗੁਰੂ ਸਾਹਿਬਾਨਾਂ ਨੇ ਮਹਾਨ ਘਾਲਣਾ ਘਾਲ ਕੇ ਪਵਿੱਤਰ ਕਲਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕੀਤੇ। ਪਵਿੱਤਰ ਮੁਕਾਮ ਗੁਰਦੁਆਰਾ ਬਖਸ਼ਿਆ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਪਵਿੱਤਰ ਨਿਜ਼ਾਮ ਪੰਥ ਬਖਸ਼ਿਆ ਜਿਨੇ ਤਾਬਿਆ ਬਹਿ ਕੇ ਅਗਵਾਈ ਕਰਨੀ ਹੈ। ਔਰ ਨਿਜ਼ਾਮ ਸਿਸਟਮ ਪ੍ਰਬੰਧ ਬਹੁਤ ਅਹਿਮੀਅਤ ਰੱਖਦਾ ਹੈ। ਨਿਜ਼ਾਮ ਸਹੀ ਹੋਵੇ ਤਾਂ ਯੂਨੀਵਰਸਿਟੀ, ਹੌਸਪੀਟਲ, ਅਦਾਲਤਾਂ ਸੁਚੱਜਾ ਪ੍ਰਬੰਧ ਦਿੰਦੀਆਂ ਨੇ। ਜੇ ਕਿਤੇ ਨਿਜ਼ਾਮ ਮਾੜਾ ਚੁਣਿਆ ਜਾਏ ਤਾਂ ਉਹ ਕਿੰਨੇ ਵੀ ਵਧੀਆ ਕਾਨੂੰਨ ਹੋਣ, ਦੇਸ਼ ਕੌਮ ਧਰਮ ਦਾ ਬੇੜਾ ਗਰਕ ਕਰਕੇ ਰੱਖ ਦਿਆ ਕਰਦੇ ਨੇ। ਔਰ ਇੱਥੇ ਜਿਹੜੀ ਨਿਜ਼ਾਮ ਦੀ ਗੱਲ ਸੀ ਉਹ ਵੋਟਾਂ ਨਾਲ ਨਹੀਂ ਸੀ, ਉਹ ਸੀਗੀ ਕੇਵਲ ਤੇ ਕੇਵਲ ਸਿਲੈਕਸ਼ਨ ਜਿਹੜੀ ਹੈ ਗੁਣਾਂ ਦੇ ਆਧਾਰ ਤੇ ਹੈ। ਜਿਵੇਂ ਅੱਜ IAS IPS PCS ਲੋਬੀ ਜਿਹੜੀ ਹੈ ਉਹ ਸਿਲੈਕਸ਼ਨ ਹੁੰਦੀ ਹੈ, ਉਹਨਾਂ ਦੀਆਂ ਵੋਟਾਂ ਨਹੀਂ ਪੈਂਦੀਆਂ। ਇਹ ਸਿਸਟਮ ਸਾਡੇ ਘਰ 'ਚ 551 ਸਾਲ ਪਹਿਲਾਂ ਤੋਂ ਸ਼ੁਰੂ ਹੋਇਆ ਆ। ਔਰ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀਆਂ 3 ਚੀਜ਼ਾਂ ਦਿੱਤੀਆਂ ਸੀਗੀਆਂ, ਔਰ ਗੁਰੂ ਅਰਜਨ ਸਾਹਿਬ ਜੀ ਵੇਲੇ ਉਸ ਨਿਜ਼ਾਮ ਨੂੰ ਕਿਤੇ ਨਾ ਕਿਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰਿਥੀ ਚੰਦਾਂ ਵੱਲੋਂ। ਸਰਕਾਰਾਂ ਨਾਲ ਵਿਉਂਤਬੰਦੀ ਵੀ ਕੀਤੀ, ਗੁਰੂ ਸਾਹਿਬ ਦੇ ਤੁਲ ਗੱਦੀਆਂ ਵੀ ਲਾਈਆਂ, ਸਤਿਗੁਰਾਂ ਦੀ ਬਾਣੀ ਦੇ ਤੁਲ ਕਵਿਤਾਵਾਂ ਵੀ ਰਚੀਆਂ, ਗੋਲਕਾਂ ਖਾਣ ਲਈ ਮਸੰਦ ਵੀ ਭਰਤੀ ਕਰ ਲਏ ਗਏ। ਉਹ ਸਭ ਕਾਹੇ ਨੂੰ ਠੀਕ ਕਰਨ ਵਾਸਤੇ, ਨਿਜ਼ਾਮ ਨੂੰ ਸੁਧਾਰਨ ਲਈ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀਆਂ ਨੇ ਇਹ ਲਹਿਰ ਸ਼ੁਰੂ ਕੀਤੀ, ਸਿੱਖਾਂ ਨੂੰ ਜਾਗਰੂਕ ਕੀਤਾ। ਪਵਿੱਤਰ ਕਲਾਮ ਤੱਕ, ਪਵਿੱਤਰ ਮੁਕਾਮ ਤੱਕ ਪਹੁੰਚਣ ਲਈ ਪਵਿੱਤਰ ਨਿਜ਼ਾਮ ਦਾ ਹੋਣਾ ਜ਼ਰੂਰੀ ਹੈ, ਜਿਹਨੂੰ ਤੁਸੀਂ ਦੀਦਾਰ ਖਾਲਸੇ ਦਾ ਆਖਦੇ ਹੋ। ਤੇ ਉਹ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀਆਂ ਨੇ ਇਸ ਨੂੰ ਸ਼ੁਰੂ ਕੀਤਾ, ਸਿੱਖਾਂ ਨੂੰ ਜਾਗਰੂਕ ਕੀਤਾ ਮੀਣਿਆਂ ਤੋਂ, ਮਸੰਦਾਂ ਤੋਂ। ਉਹ ਤੋਂ ਬਾਅਦ ਲੋੜ ਪਈ ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਤੇ 100 ਸਾਲ ਪਹਿਲਾਂ ਨਰੈਣੂ ਮਹੰਤਾਂ ਦੀਆਂ ਕੁਰੀਤੀਆਂ ਦੇ ਵਿਰੁੱਧ ਲੜਨ ਵਾਸਤੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਵਾਲੇ ਨੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ, ਸਾਕਾ ਨਨਕਾਣਾ ਸਾਹਿਬ, ਜਿਨ੍ਹਾਂ ਨੇ ਸ਼ਹੀਦੀਆਂ ਦੇ ਕੇ ਜਿਹੜੀਆਂ ਕੁਰਬਾਨੀਆਂ ਦੇ ਕੇ ਉਹ ਗੰਦਗੀ ਜਿਹੜੀ ਰਾਜਨੀਤੀ ਦੀ ਸੀ ਉਹਨੂੰ ਸਾਫ਼ ਕਰਕੇ ਸਿੱਖ ਨੀਤੀ ਗੁਰੂ ਨਾਨਕ ਸਾਹਿਬ ਵਾਲੀ ਬਹਾਲ ਕੀਤੀ, ਜਿਹਦੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੁੰਦਾ ਹੈ। ਉਹ ਫਲਦੀ ਹੈ, ਫੁੱਲਦੀ ਹੈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਦਕਿਸਮਤੀ ਅਸੀਂ 1920 ਦੇ ਵਿੱਚ ਸਿਲੈਕਸ਼ਨ ਕੀਤੀ, 1925 ਦੇ ਵਿੱਚ ਸਾਡੇ ਗਲ ਰਾਜਨੀਤਿਕ ਲੋਕਾਂ ਨੇ ਮੁੜ ਇਲੈਕਸ਼ਨ ਪਾਈ। ਹੋਰ ਬਦਕਿਸਮਤੀ ਕਿ ਸਾਡੇ ਵੱਡਿਆਂ ਨੇ ਇਲੈਕਸ਼ਨ ਦਾ ਵਿਰੋਧ ਜੇ ਕੀਤਾ ਤੇ ਉਹ ਅੰਦਰ ਵੜ ਕੇ ਕੀਤਾ, ਬਾਹਰ ਨਿਕਲ ਕੇ ਨਹੀਂ ਕੀਤਾ। ਔਰ ਦੂਸਰੀ ਗੱਲ ਜੋ ਗੱਲ ਪੈ ਗਈ ਸੀ ਉਹਨੂੰ ਲੜਨਾ ਚਾਹੀਦਾ ਸੀ। ਤੀਸਰੀ ਗੱਲ, ਇਲੈਕਸ਼ਨ ਸਿਆਸੀ ਲੋਕਾਂ ਨੂੰ ਨਹੀਂ ਸੀ ਲੜਨੀ ਚਾਹੀਦੀ। ਚੌਥੀ ਗੱਲ, ਸਾਡੀ ਧਾਰਮਿਕ ਵੋਟ ਸਿਆਸੀ ਲੋਕਾਂ ਨੂੰ ਨਹੀਂ ਸੀ ਪੈਣੀ ਚਾਹੀਦੀ, ਜੋ ਕਿ ਇਹ ਸਭ ਕੁਝ ਹੋਇਆ। ਔਰ ਅੱਜ 100 ਸਾਲ ਬਾਅਦ ਹਾਲਾਤ ਉਹੀ ਬਣ ਗਏ ਜੋ ਨਰੈਣੂ ਮਹੰਤ ਕਰਦਾ ਸੀਗਾ। ਗੁਰੂ ਘਰਾਂ ਦੇ ਵਿੱਚ ਨਸ਼ੇ ਕਰਨੇ, ਕੇਸਾਂ ਦੀ ਰੋਮਾਂ ਦੀ ਬੇਅਦਬੀ ਕਰਨੀ, ਧੀਆਂ ਦੀਆਂ 13-13 ਸਾਲ ਦੀਆਂ ਬੱਚੀਆਂ ਰੋੜ ਕੇ ਰੱਖ ਦਿੱਤੀਆਂ, ਮੁਰਦਾਰ ਖਾਧੇ। ਉਦੋਂ ਵੱਧ ਅੱਜ ਵਾਲੇ ਮਹੰਤ ਗਰਕ ਗਏ ਨੇ। ਇਹਦੇ ਨਾਲ ਜਿੱਥੇ ਇਹਨਾਂ ਨੇ ਗੋਲਕਾਂ ਖਾਧੀਆਂ, ਮੁਰਦਾਰ ਖਾਧੇ, ਪਰਗਮਨ ਕੀਤੇ, ਕੇਸਾਂ ਰੋਮਾਂ ਦੀਆਂ ਬੇਅਦਬੀਆਂ ਕੀਤੀਆਂ, ਔਰ ਇੱਥੋਂ ਤੱਕ ਗਰਕ ਗਏ ਨੇ ਗੁਰੂ ਕੇ ਲੰਗਰ, ਦਾਲਾਂ ਹੋਰ ਛਕਣ ਛਕਾਉਣ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਵੀ ਚੋਰੀ ਵੇਚ ਕੇ ਖਾ ਗਏ। ਔਰ ਇਹ ਸਭ ਕਾਹੇ ਨੂੰ ਵੇਖਦੇ ਹਾਂ 2016-2015 ਅਪ੍ਰੈਲ ਦਾ ਮਹੀਨਾ ਸੀ, ਖਾਲਸਾ ਸਾਜਨਾ ਦਿਵਸ ਮਨਾਉਣ ਵਾਲੇ ਸਾਂ। ਉਦੋਂ 15 ਅਪ੍ਰੈਲ ਨੂੰ ਇੱਕ ਘਟਨਾ ਵਾਪਰਦੀ ਹੈ। ਬਾਬਾ ਗੁਰਦਿੱਤਾ ਜੀ ਦਾ ਗੁਰਦੁਆਰਾ ਹੈ ਅਨੰਦਪੁਰ ਸਾਹਿਬ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗੁਰਦੁਆਰੇ 'ਚ ਸ਼ਰਾਬ ਪੀਂਦੇ ਨੇ, ਮੀਟ ਖਾਂਦੇ ਨੇ, ਉਲਟੀਆਂ ਸਤਿਗੁਰਾਂ ਦੇ ਸਰੂਪ ਤੇ ਕਰਦੇ ਨੇ। ਉਹ ਸਰੂਪ ਅਜੇ ਤੱਕ ਲੱਭਾ ਨਹੀਂ ਕਿੱਥੇ ਹੈ। ਬਰਗਾੜੀ ਦੀਆਂ ਘਟਨਾਵਾਂ ਬਾਅਦ ਵਿੱਚ ਵਾਪਰਦੀਆਂ ਨੇ। ਅਸੀਂ ਹਰ ਥਾਂ ਤੇ ਬਰਗਾੜੀ ਕਾਂਡ ਦੀ ਗੱਲ ਕਰਦੇ ਹਾਂ, ਬਾਕੀ ਵੀ ਗੱਲਾਂ ਕਰਦੇ ਹਾਂ, ਪਰ ਬਾਬਾ ਗੁਰਦਿੱਤਾ ਜੀ ਦਾ ਨਾਂ ਅੱਜ ਤੱਕ ਬਹੁ ਗਿਣਤੀ ਬਹੁਤ ਘੱਟ ਲੋਕਾਂ ਨੇ ਲਿਆ ਹੈ, ਕਿਉਂਕਿ ਉਸ ਮੁੱਦੇ ਨੂੰ, ਉਸ ਦਰਦ ਨੂੰ ਸਭ ਤੋਂ ਪਹਿਲਾਂ ਸਿੱਖ ਸਦਭਾਵਨਾ ਦਲ ਨੇ ਚੁੱਕਿਆ। ਉਹ ਸਮਝਦੇ ਨੇ ਸ਼ਾਇਦ ਇਹ ਵਡਾਲੇ ਦਾ ਮੁੱਦਾ ਹੈ ਜਾਂ ਵਡਾਲੇ ਦਾ ਦਰਦ ਹੈ, ਸਾਡਾ ਨਹੀਂ। ਉਹਨੂੰ ਅੱਖੋਂ ਪਰੋਖੇ ਕੀਤਾ ਗਿਆ। ਉਹ ਬਾਬਾ ਗੁਰਦਿੱਤਾ ਜੀ ਦੀ ਘਟਨਾ ਜਦੋਂ ਅਸੀਂ ਸੰਗਤਾਂ ਦੇ ਸਾਹਮਣੇ ਰੱਖੀ
ਤੇ ਕੁਝ ਸ਼ਬਦ ਪੜ੍ਹਨ ਤੋਂ ਵੀ ਇਹਨਾਂ ਨੂੰ ਤਲਖੀ ਹੋਈ, ਜਿਹਦੇ ਕਰਕੇ ਇਹਨਾਂ 2015 ਦੇ ਵਿੱਚ ਪਹਿਲਾਂ ਤਾਂ ਮੇਰੀ ਬਦਲੀ ਕੀਤੀ ਉੱਥੇ ਜੀਂਦ ਵਿੱਚ, ਤੇ 2016 31 ਮਾਰਚ ਨੂੰ ਸਾਨੂੰ ਵਿਹਲਾ ਕਰ ਦਿੱਤਾ ਗਿਆ। ਪਰ ਇਹ ਸਭ ਕੁਝ ਮੈਨੂੰ ਪਤਾ ਸੀ ਹੋਣ ਵਾਲਾ, ਮੇਰੇ ਨਾਲ ਇਹ ਸ਼ਹੀਦੀਆਂ ਦੇਣੀਆਂ ਪੈਣਗੀਆਂ ਜੇ ਕੌਮ ਦੀ ਗੱਲ ਕਰਨੀ ਆ ਤਾਂ। ਪਰ ਅਸੀਂ 31 ਮਾਰਚ ਨੂੰ ਇਹਨਾਂ ਮੈਨੂੰ ਵਿਹਲਾ ਕਰਨਾ ਹੈ, ਪਰ 22 ਮਾਰਚ ਨੂੰ ਗੁਰੂ ਸਾਹਿਬ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ 100 ਸਾਲ ਬਾਅਦ ਇਹਨਾਂ ਅੱਜ ਵਾਲੇ ਮਹੰਤਾਂ ਨੂੰ ਨੱਥ ਪਾਉਣ ਲਈ, ਗੁਰੂ ਘਰਾਂ ਚੋਂ ਰਾਜਨੀਤੀ ਕੱਢਣ ਲਈ, ਸਿੱਖ ਨੀਤੀ ਬਹਾਲੀ ਲਈ, ਗੁਰੂ ਘਰਾਂ ਦੀ ਮਾਣ ਮਰਜ਼ਾਦਾ ਲਈ, ਗੋਲਕ ਚੋਰਾਂ ਨੂੰ ਰੋਕਣ ਲਈ ਇਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਿਹੜੀ ਬਾਬਾ ਬੁੱਢਾ ਸਾਹਿਬ ਨੇ ਕਦੇ ਸ਼ੁਰੂ ਕੀਤੀ ਸੀ, ਅੱਜ 100 ਸਾਲ ਬਾਅਦ ਸਿੱਖ ਸਦਭਾਵਨਾ ਦਲ ਨੇ 22 ਮਾਰਚ 2016 ਨੂੰ ਅਨੰਦਪੁਰ ਸਾਹਿਬ ਤੋਂ ਮੁੜ ਸ਼ੁਰੂਆਤ ਕੀਤੀ। ਇਹਦੇ ਕਾਰਨ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਹ ਹੁਣ ਪ੍ਰਬੰਧਕ ਸੁਧਾਰ ਲਹਿਰ ਵਾਪਸ ਮੁੜ ਤੋਂ ਬਹਾਲ ਹੋਈ ਹੈ, ਸ਼ੁਰੂ ਹੋਈ ਹੈ, ਜਿਹੜੇ ਅੱਜ ਅਜੋਕੇ ਸਮੇਂ ਵਿੱਚ ਜਿਹੜੇ ਗੋਲਕ ਚੋਰ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਦੇ ਨੇ ਤੇ ਗੁਰੂ ਘਰਾਂ ਦੇ ਵਿੱਚ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ, ਗੁਰੂ ਦੇ ਪੈਸੇ ਦੀ ਐਸ਼ੋ ਅਸ਼ਤ ਕੀਤੀ ਜਾਂਦੀ ਨੇ, ਇਹਦੇ ਉੱਪਰ ਕੀ ਸਮੇਂ ਦੇ ਅਨੁਕੂਲ ਇੱਥੇ ਰੋਕ ਲਗਾਈ ਜਾਵੇਗੀ? ਇਹ ਮੁੜ ਤੋਂ ਵਾਪਸ ਸਿਸਟਮ ਜਿਹੜਾ ਬਾਬਾ ਬੁੱਢਾ ਜੀ ਵਰਗਾ ਸਿਸਟਮ ਸੀਗਾ ਉਸ ਸਮੇਂ ਦਾ ਵਾਪਸ ਮੁੜ ਤੋਂ ਬਹਾਲ ਹੋ ਸਕੇਗਾ ਫਿਊਚਰ ਦੇ ਵਿੱਚ? ਬਿਲਕੁਲ ਭੈਣ ਜੀ, ਕਿਉਂ ਨਹੀਂ ਹੋ ਸਕੇਗਾ। ਸਾਡੇ ਵੱਡੇ ਵਡੇਰੇ ਕਰਦੇ ਆਏ ਨੇ, ਗੁਰੂ ਪੰਥ ਬਹੁਤ ਕੁਝ ਕਰਦਾ ਹੈ, ਅੱਜ ਵੀ ਲੋੜ ਹੈ। ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ, ਸਾਡੇ ਸਿਰ ਤੇ ਹੱਥ ਰੱਖੋ, ਸਿੱਖ ਨੀਤੀ ਵਾਲੇ ਹਾਂ, ਔਰ ਗੁਰੂ ਰਾਮਦਾਸ ਜੀ ਦੀ ਬੁੱਕਲ ਚੋਂ ਸਿੱਖ ਸਦਭਾਵਨਾ ਦਲ ਦਾ ਜਨਮ ਹੋਇਆ ਹੈ, ਕਿਸੇ ਸਿਆਸੀ ਅਕਾਵਾਂ ਦੀ ਬੁੱਕਲ ਚੋਂ ਨਹੀਂ ਨਿਕਲੇ ਹੋਏ। ਸਿਰ ਤੇ ਹੱਥ ਰੱਖਿਓ। ਸਭ ਤੋਂ ਪਹਿਲਾ ਕਦਮ ਹੋਊਗਾ ਸਿਆਸੀ ਦਖਲਅੰਦਾਜ਼ੀ ਬੰਦ ਕਰਨੀ, ਗੁਰੂ ਗੋਲਕ ਚੋਰਾਂ ਨੂੰ ਨੱਥ ਪਾਉਣੀ, ਉਹਨਾਂ ਦੇ ਕਮਿਸ਼ਨ ਬਿਠਾਉਣੇ, ਔਰ ਆ ਜਿਹੜੇ ਸ਼ਰਾਬੀ ਕਬਾਬੀ ਸ਼ਵਾਬੀ ਇਆਸ਼ੀ ਭ੍ਰਿਸ਼ਟ ਲੋਕ ਨੇ ਇਹਨਾਂ ਦਾ ਉਥੋਂ ਪ੍ਰਬੰਧ ਦੇ ਵਿੱਚੋਂ ਸਫਾਇਆ ਕਰਨਾ। ਕਿਉਂ ਨਹੀਂ ਹੋ ਸਕਦਾ? ਇਹ ਤਾਂ 24 ਘੰਟਿਆਂ ਦਾ ਕੰਮ ਆ। ਤੁਸੀਂ ਇਹ ਕਰਕੇ ਤਾਂ ਦੇਖੋ, ਅੱਜ ਵੀ ਜਿਹੜਾ ਭਗੌੜੇ ਹੋਏ ਨੇ ਉਹ ਸਿੱਖ ਨਹੀਂ ਰਹੇ। ਸਿੱਖ ਤਾਂ ਅੱਜ ਵੀ ਉੱਥੇ ਖੜਾ ਹੈ ਜਿੱਥੇ 550 ਸਾਲ ਪਹਿਲਾਂ ਖੜਾ ਸੀ। ਔਰ ਇਹਦੀ ਵੱਡੀ ਗੱਲ, ਅਜੇ ਅਸੀਂ ਪ੍ਰਬੰਧ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਆਵਾਜ਼ ਅਸੀਂ 4 ਸਾਲ ਪਹਿਲਾਂ ਦਿੱਤੀ ਸੀ, ਤੁਸੀਂ ਦਿੱਲੀ ਦੀਆਂ ਵੋਟਾਂ ਵਿੱਚ ਵੇਖ ਸਕਦੇ ਹੋ, ਇੱਥੇ ਸਿਰਸੇ ਹੋਣ, ਇੱਥੇ ਸਰਦੇ ਹੋਣ, ਇੱਥੇ ਜੀਕੇ ਹੋਣ। ਇਹਨਾਂ ਲੋਕਾਂ ਦੀ ਮਜਬੂਰੀ ਬਣ ਗਈ ਦਾੜੀਆਂ ਖੋਲਣੀਆਂ, ਦਾੜੀਆਂ ਰੰਗਣੀਆਂ ਛੱਡਣੀਆਂ, ਕਿਰਪਾਨਾਂ ਪਾਉਣੀਆਂ ਔਰ ਅੰਮ੍ਰਿਤ ਛਕਣੇ। ਭਾਵੇਂ ਇਹ ਵਿਖਾਵੇ ਮਾਤਰ ਕਰ ਰਹੇ ਨੇ, ਪਰ ਉਹਨੂੰ ਵਿਖਾਵਾ ਕਰਨਾ ਪੈ ਗਿਆ, ਮਜਬੂਰੀ ਬਣ ਗਈ ਇਹਨਾਂ ਲੋਕਾਂ ਦੀ। ਔਰ ਇਹ ਸਿਆਸੀ ਲੋਕ ਹੁਣ ਇਹ ਵੀ ਕਹਿਣ ਲੱਗ ਗਏ ਨੇ ਅਸੀਂ ਧਾਰਮਿਕਤਾ ਲਿਆਵਾਂਗੇ, ਗੁਰਦੁਆਰਿਆਂ ਵਿੱਚ ਧਾਰਮਿਕਤਾ ਚਾਹੀਦੀ ਹੈ। ਸਿਆਸੀ ਲੋਕਾਂ ਦੀ ਮਜਬੂਰੀ ਬਣ ਗਈ। ਅੱਗੇ ਇਹ ਸਿਆਸੀ ਸਰਟੀਫਿਕੇਟ ਦੇ ਕੇ ਸਿਆਸੀ ਪਾਰਟੀਆਂ ਚੋਣਾਂ ਲੜਦੀਆਂ ਸੀਗੀਆਂ, ਇਹ ਵੀ ਇਸ ਵਾਰੀ ਵੱਖਰਾ ਹੋ ਰਿਹਾ ਕਿ ਸਿੱਖ ਸਦਭਾਵਨਾ ਦਲ ਦੇ ਡਰੋਂ ਇਹਨਾਂ ਲੋਕਾਂ ਨੂੰ ਧਾਰਮਿਕ ਸਰਟੀਫਿਕੇਟ ਬਣਾ ਕੇ ਦੇਣੇ ਪਏ ਵੀ ਸਾਡੀਆਂ ਧਾਰਮਿਕ ਪਾਰਟੀਆਂ ਨੇ। ਔਰ ਸਿਰਸੇ ਤੇ ਅਜੀਕੇ ਬਾਦਲ ਕਿਆਂ ਦੀਆਂ ਇਸ਼ਤਿਹਾਰਾਂ ਚੋਂ ਇਹਨਾਂ ਨੂੰ ਫੋਟੋਆਂ ਤੱਕ ਚੁੱਕਣੀਆਂ ਪੈ ਗਈਆਂ ਵੀ ਜੇ ਬਾਦਲ ਕਿਆਂ ਦੀ ਫੋਟੋ ਲਾਈ ਤੇ ਸ਼ਾਇਦ ਸਾਡਾ ਉੱਥੇ ਪੁਖੜਾ ਖੜਾ ਹੋਵੇ। ਜੇ ਇੰਨੀ ਇਹਨਾਂ ਦੀ ਮਜਬੂਰੀ ਬਣ ਗਈ ਹੈ ਕਿ ਅੱਜ ਉਹਨਾਂ ਨੂੰ ਬਾਹਰੋਂ ਨਕਲ ਕਰਨੀ ਪੈ ਰਹੀ ਆ, ਔਰ ਇਹ ਵੀ ਕਹਿਣਾ ਪੈ ਰਿਹਾ ਕਿ ਅਸੀਂ ਉੱਥੇ ਮੈਡੀਕਲ ਦਿਆਂਗੇ ਜੀ, ਐਜੂਕੇਸ਼ਨ ਦਿਆਂਗੇ ਜੀ, ਅਸੀਂ ਕਿਸਾਨ ਛੁਡਾ ਦਿੱਤੇ ਜੀ। ਕਈ ਤਰ੍ਹਾਂ ਦੇ ਪਖੰਡ ਇਹਨਾਂ ਨੇ ਵੋਟਾਂ ਨੂੰ ਲੈ ਕੇ ਕੀਤੇ। ਭਾਵੇਂ ਉਹ ਪਖੰਡ ਕਰ ਰਹੇ ਨੇ ਅੱਜ ਅਜੋਕੇ ਸਮੇਂ 'ਚ, ਪਰ ਉਹਨਾਂ ਨੂੰ ਜੇ ਕਰਨੇ ਪਏ ਨੇ ਤੇ ਸਿੱਖ ਨੀਤੀ ਦੇ ਡਰੋਂ ਕਰਨੇ ਪੈ ਰਹੇ ਨੇ, ਕਿਉਂਕਿ ਰਾਜਨੀਤੀ ਤਾਂ ਸਾਡੀ ਉਹ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਅਸੀਂ ਰੱਖਣ ਵਾਲੇ ਆ। ਇਹ ਸਿੱਖ ਨੀਤੀ ਦਾ ਡਰ ਇਹਨਾਂ ਨੂੰ ਇੰਨਾ ਕੁ ਪੈ ਗਿਆ ਹੈ। ਹੁਣ ਇਹ ਭਾਵੇਂ ਅੰਦਰ ਖਾਤੇ ਸ਼ਰਾਬਾਂ ਵੰਡਦੇ ਨੇ, ਮੀਟ ਖਾਂਦੇ ਨੇ, ਪੈਸੇ ਵੰਡਦੇ ਨੇ, ਪਰ ਜਿਹੜਾ ਸਿੱਧਮ ਸਿੱਧਾ ਇਹ ਨੰਗਾ ਨਾਚ ਕਰਦੇ ਸੀ, ਇਹ ਬੰਦ ਹੋ ਗਿਆ ਇਹਨਾਂ ਸਾਰਿਆਂ ਦਾ। ਅਜੇ ਅਸੀਂ ਸਿਸਟਮ 'ਚ ਆਉਣਾ ਆ, ਪਰ ਜਦੋਂ ਆ ਗਏ ਉਦੋਂ ਕੀ ਹੋਊਗਾ ਉਹ ਤੁਹਾਡੇ ਸਾਹਮਣੇ। ਤੋ ਜਿਹੜਾ ਕਿ ਹਰ ਇੱਕ ਕਮੇਟੀ, ਜਿਵੇਂ ਪ੍ਰਧਾਨ ਸਾਹਿਬ ਨੇ, ਸਰਨਾ ਸਾਹਿਬ ਹੋਣ ਜਾਂ ਬਾਦਲ ਲਿਖੇ ਹੋਏ ਮਜੀਠੀਆ ਹੋਣ, ਇਹ ਜਦੋਂ ਵੀ ਕੋਈ ਵੀ ਸੰਸਥਾ ਅੱਗੇ ਆਉਂਦੀ ਆਪਣੇ ਆਪਣੇ ਮੈਨੀਫੈਸਟੋ ਸਾਹਮਣੇ ਰੱਖਦੀ ਕਿ ਅਸੀਂ ਕੱਲ ਜੇ ਅਸੀਂ ਵੋਟਾਂ ਲਵਾਂਗੇ ਇਹ ਕੁਝ ਕਰਾਂਗੇ। ਮੈਂ ਪੁੱਛਣਾ ਚਾਹਾਂਗੀ ਤੁਹਾਡੀ ਸੰਸਥਾਵਾਂ ਵੱਲੋਂ ਕਿਹੜੇ ਉਪਰਾਲੇ ਕੀਤੇ ਗਏ, ਕਿਹੜੀ ਮੈਨੀਫੈਸਟੋ ਬਾਰੇ ਕੱਢੀ ਗਈ ਹੈ, ਉਹਦੇ ਉੱਪਰ ਤੁਸੀਂ ਥੋੜਾ ਚਾਨਣਾ ਪਾਓ ਜੀ। ਤੁਹਾਡੇ WhatsApp ਤੇ ਤੁਹਾਨੂੰ ਭੇਜਿਆ ਵੀ ਜਾਊਗਾ ਸਾਰਾ ਮੈਟਰ। ਤੁਸੀਂ ਕੋਸ਼ਿਸ਼ ਕਰਿਓ ਕਿ ਸਾਰੇ ਦਾ ਸਾਰਾ ਸਿੱਖ ਸੰਗਤਾਂ ਦੇ ਅੱਗੇ ਰੱਖੋ ਤੇ ਉਹਦੀਆਂ ਜਿਹੜੀਆਂ ਮੁੱਖ ਗੱਲਾਂ ਸੀਗੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਵੀ ਕਰ ਦਿੰਦਾ ਆ।
ਕਿ ਸਿੱਖ ਸਦਭਾਵਨਾ ਦਲ ਦਾ ਮੈਨੀਫੈਸਟੋ ਉਹੀ ਹੈ ਜੋ 10 ਗੁਰੂ ਸਾਹਿਬਾਨਾਂ ਦਾ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਹੈ, ਜੋ ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਲੈ ਕੇ ਸ਼ਹੀਦ ਭਾਈ ਲਛਮਣ ਸਿੰਘ ਦਾ ਹੈ। ਇਹ ਉਹੀ ਮੈਨੀਫੈਸਟੋ ਹੈ ਜਿਹੜਾ ਗੁਰੂ ਪੰਥ ਦਾ ਹੈ, ਜਿੱਥੇ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਹੈ, ਅਕਾਲ ਪੁਰਖ ਕੀ ਫੌਜ ਵਾਲੀ ਉਹ ਗੱਲ ਰਹਿਣੀ ਰਹੇ ਸੋਈ ਸਿੱਖ ਮੇਰਾ। ਉਹਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਬਹਾਲ ਕਰਨਾ। ਹੁਣ 328 ਸਰੂਪਾਂ ਨੂੰ ਲੈ ਕੇ ਕਿਸੇ ਸਰਨੇ ਦੀ, ਕਿਸੇ ਜੀਕੇ ਦੀ, ਕਿਸੇ ਸਿਰਸੇ ਦੀ, ਕਿਸੇ ਹੋਰ ਦੀ ਜ਼ੁਬਾਨ ਨਹੀਂ ਖੁੱਲੀ, ਜਿੰਦਰੇ ਵੱਜੇ ਹੋਏ ਨੇ, ਕਿਉਂਕਿ ਇਹ ਬਾਦਲਾਂ ਦੀਆਂ ਵੀ ਟੀਮਾਂ ਨੇ। ਇਹ ਆਪਸ ਵਿੱਚ ਫਰੈਂਡਲੀ ਮੈਚ ਖੇਡਦੇ ਨੇ, ਲੋਕਾਂ ਨੂੰ ਧੋਖਾ ਦੇ ਰਹੇ ਨੇ, ਕੇਵਲ ਵੋਟਾਂ ਖਾਤਰ ਇੱਕ ਦੂਜੇ ਨੂੰ ਗਾਲਾਂ ਜ਼ਰੂਰ ਕੱਢਦੇ ਨੇ, ਅੰਦਰੋਂ ਇਹ ਚੋਰ ਚੋਰ ਮਛੇਰੇ ਭਾਈ ਨੇ। ਤੇ ਉਹਦੇ ਲਈ ਮੈਂ ਬੇਨਤੀ ਕਰਾਂਗਾ ਕਿ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਬਹਾਲ ਕਰਨਾ। ਦੂਸਰਾ, ਸਿਆਸੀ ਲੋਕਾਂ ਦੀ ਦਖਲ ਅੰਦਾਜ਼ੀ ਨੂੰ ਪੱਕੇ ਤੌਰ ਤੇ ਬੰਦ ਕਰਨਾ। ਤੀਸਰਾ, ਗੋਲਕ ਚੋਰਾਂ ਨੂੰ ਨੱਥ ਪਾਉਣੀ। ਚੌਥਾ, ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਿੱਖ ਬੱਚਿਆਂ ਦੀ 10 ਰੁਪਈਆਂ 'ਚ ਪੜ੍ਹਾਈ ਦੇ ਪ੍ਰਬੰਧ ਕਰਨੇ। ਮੈਡੀਕਲ ਐਜੂਕੇਸ਼ਨ, ਸਿੱਖੀ ਸਿਧਾਂਤ, ਫਿਊਚਰ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਡਟ ਕੇ ਪਹਿਰਾ ਦੇਣਾ। ਇਹ ਸਾਡੇ ਜਿਹੜੇ ਅਹਿਮ ਹੋਣਗੇ ਕਿ ਅਸੀਂ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਰਾਜਨੀਤੀ ਭਜਾਓ ਤੇ ਸਿੱਖ ਨੀਤੀ ਲਿਆਓ ਵਾਲੀ ਗੱਲ। ਸਾਡਾ ਮੈਨੀਫੈਸਟੋ ਉਹੀ ਹੈ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪਰੋਸ ਕੇ ਦਿੱਤਾ ਹੋਇਆ ਹੈ, ਕੋਈ ਵੱਖਰਾ ਨਹੀਂ। ਇਹ ਗੱਲਾਂ ਕਰਦੇ ਨੇ ਪੜ੍ਹਾਈ ਦਿਆਂਗੇ, ਦਵਾਈ ਦਿਆਂਗੇ, ਉਹ ਗੋਲਕ ਚੋਰੋ। ਤੁਸੀਂ ਕਿੱਥੋਂ ਪੜ੍ਹਾਈ ਦਵਾਈ ਦੇਣ ਜੋਗੇ ਬਣ ਗਏ, ਜਾਂ ਅਸੀਂ ਕਿੱਥੋਂ ਬਣ ਗਏ? ਜਿਹੜੇ ਸਿੱਖ ਤੇ ਸਿੱਖਾਂ ਨੂੰ ਗੁਰੂ ਕਹਿ ਰਿਹਾ ਹੈ, ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਤੁਹਾਡਾ ਬੈਕਅਪ ਕੀ ਹੈ, ਪਿੱਛੇ ਕੌਣ ਹੈ ਤੁਹਾਡੇ, ਤੁਸੀਂ ਜਿੱਧਰ ਨੂੰ ਮੂੰਹ ਕਰਦੇ ਹੋ ਤੁਹਾਡੀ ਫਤਿਹ ਹੁੰਦੀ। ਤੇ ਭਾਈ ਗੁਰਦਾਸ ਜ਼ਿਕਰ ਕਰਦੇ ਨੇ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਹਰਾਈ। ਇਹ ਗੁਰੂ ਨਾਨਕ ਦੀ ਤਾਕਤ ਹੈ। ਤੇ ਗੁਰੂ ਕਲਗੀਧਰ ਪਿਤਾ ਨੂੰ ਪੁੱਛਿਆ ਗਿਆ ਕਿ ਤੁਸੀਂ ਪੰਥ ਸਾਜਿਆ, ਤੁਸੀਂ ਸਿੰਘ ਸੱਜੇ, ਇਹ ਤੁਹਾਡੇ ਕੋਲੇ ਕਿਹੜੀ ਤਾਕਤ ਹੈ? ਤੇ ਮਹਾਰਾਜ ਜੀ ਨੇ ਸਿੱਖਾਂ ਵੱਲ ਨੂੰ ਹੱਥ ਕਰਕੇ ਕਿਹਾ, ਇਨਹੀ ਕੀ ਕਿਰਪਾ ਕੀ ਸਜੇ ਹਮ ਹੈ। ਔਰ ਉਦੋਂ ਬਾਅਦ ਬਾਬਾ ਮੱਖਣ ਸ਼ਾਹ ਲਵਾਣਾ ਨੂੰ ਪੁੱਛਿਆ ਗਿਆ ਵੀ ਤੂੰ ਗੁਰੂ ਨੂੰ ਲੱਭਦਾ ਫਿਰਦਾ ਆ, ਕੀ ਕਰਨਾ ਕੀ ਚਾਹੁੰਦਾ ਹੈ ਤੂੰ? ਉਹ ਕਹਿੰਦਾ ਬਸ ਗੁਰੂ ਸਾਹਿਬ ਨੂੰ ਮਿਲਣਾ ਹੈ ਤੇ 500 ਮੋਹਰਾ ਸੋਨੇ ਦੀ ਜਿਹੜੀ ਗੁਰੂ ਨੂੰ ਮੱਥਾ ਟੇਕਣਾ। ਉਹ ਸੋਚਣ ਵਾਲਾ ਸੋਚਦਾ ਵੀ ਜੇ ਸਿੱਖ 500 ਮੋਹਰਾ ਸੋਨੇ ਦੀਆਂ ਚੁੱਕੀ ਫਿਰਦਾ ਮੱਥਾ ਟੇਕਣ ਨੂੰ, ਇਹਨਾਂ ਦਾ ਗੁਰੂ ਕਿੱਡਾ ਅਮੀਰ ਹੋਊ। ਤੇ ਗੁਰੂ ਕਹਿ ਰਿਹਾ ਹੈ, ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਜਿਸ ਗੁਰੂ ਦੇ ਸਿੱਖ ਇੰਨੇ ਅਮੀਰ ਹੋਣ, ਇਹ ਗੋਲਕ ਚੋਰ ਮੰਗਤੇ ਉਹਨਾਂ ਸਿੱਖਾਂ ਨੂੰ ਕੀ ਦੇ ਸਕਦੇ ਆ? ਇਸ ਲਈ ਅਸੀਂ ਉਹੀ ਕਰ ਰਹੇ ਹਾਂ ਜੋ ਗੁਰੂ ਨਾਨਕ ਦਾ ਮੈਨੀਫੈਸਟੋ ਪਰੋਸ ਕੇ 20 ਰੁਪਈਆਂ 'ਚ ਦਿੱਤਾ ਗਿਆ ਹੈ। ਇਹਨਾਂ ਲੋਕਾਂ ਨੇ ਉਹ ਮੂੰਹ ਜਿਹੜਾ ਸੀ ਨਰੈਣੂ ਕੋੜਮੇ ਵੱਲ ਨੂੰ ਕੀਤਾ ਹੋਇਆ ਰਾਜਨੀਤੀ ਨੇ। ਅਸੀਂ ਰਾਜਨੀਤੀ ਚੁੱਕ ਕੇ ਸਿੱਖ ਨੀਤੀ ਲਿਆ ਕੇ ਅਸੀਂ ਉਹਦਾ ਮੂੰਹ, ਗਰੀਬ ਦਾ ਮੂੰਹ, ਗੁਰੂ ਕੀ ਗੋਲਕ ਬਹਾਲ ਕਰਨਾ। ਸਿਧਾਂਤ ਜਿਹੜਾ ਗੁਰੂ ਹਰਿ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਉਸ ਸਿਧਾਂਤ ਨੂੰ ਤੁਸੀਂ ਫੋਲੋ ਕਰਨਾ ਚਾਹੁੰਦੇ ਹੋ। ਗਰੀਬ ਗੁਰੂ ਕੀ ਗੋਲਕ, ਗਰੀਬ ਦਾ ਮੂੰਹ। ਮੈਂ ਇੱਥੇ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹਾਂਗੀ, ਕਿਉਂਕਿ ਤੁਹਾਡੀ ਆਪਣੀ ਗੱਲ 'ਚ ਹੈ ਕਿ ਤੁਸੀਂ 10 ਰੁਪਏ ਵਿੱਚੋਂ ਬੱਚਿਆਂ ਨੂੰ ਪੜ੍ਹਾਓਗੇ, ਉਹਦੇ ਬਾਰੇ ਜਾਣਨਾ ਪਾਓਗੇ। ਤੁਸੀਂ 10 ਰੁਪਏ ਅੱਜ ਦੇ ਸਮੇਂ ਵਿੱਚ 10 ਰੁਪਏ ਵਿੱਚ ਕਿਵੇਂ ਬੱਚੇ ਨੂੰ ਪੜ੍ਹਾਇਆ ਜਾ ਸਕਦਾ ਹੈ? ਬਿਲਕੁਲ ਜੀ, ਤੁਹਾਡੇ ਬਾਹਰ ਵਾਲਿਆਂ ਨੇ ਇੱਕ ਸਕੂਲ ਹੁਣੇ ਖੋਲਿਆ, ਮੇਰੇ ਖਿਆਲ ਉਹ ਹੈਗਾ ਜੀ ਸ਼ਾਇਦ ਕਰਤਾਰਪੁਰ ਦੇ ਵਿੱਚ। ਅਸੀਂ ਤਾਂ 10 ਰੁਪਏ ਮੰਗ ਰਹੇ ਹਾਂ, ਉਹਨਾਂ ਤੇ 10 ਵੀ ਨਹੀਂ ਰੱਖੇ ਹੋਏ। ਉਹ ਕਹਿੰਦੇ ਪੈਸਾ ਹੀ ਕੋਈ ਨਹੀਂ ਲੈਣਾ, ਉਦਾਂ ਹੀ ਪੜ੍ਹਾਵਾਂਗੇ। ਪਾਇਆ ਸਿੰਘ ਕਾਲਜ ਹੈ, ਉਹਨਾਂ ਨਾਲ ਜਦੋਂ ਮੇਰੀ ਗੱਲ ਚੱਲੀ ਪਿਛਲੀ ਵਾਰੀ ਵੀ ਤੁਸੀਂ ਭਾਈ ਸਾਹਿਬ ਇੱਥੇ ਆ ਕੇ ਅਸੀਂ 10 ਰੁਪਈਆਂ ਦੀ ਗੱਲ ਕੀਤੀ ਹੈ, ਉਹ ਕਹਿੰਦੇ ਮੈਂ ਤੇ ਤੁਹਾਡਾ ਵਿਰੋਧ ਕਰੂੰਗਾ, ਮੈਂ ਫਰੀ ਪੜ੍ਹਾ ਰਿਹਾ, ਤੁਸੀਂ 10 ਰੁਪਏ ਮੰਗ ਰਹੇ ਹੋ। 20 ਰੁਪਈਆਂ ਦੇ ਲੰਗਰ ਚੱਲ ਰਹੇ ਨੇ ਹੁਣ ਤੱਕ। ਲੋਕਡਾਊਨ ਲੱਗਿਆ, ਸ਼੍ਰੋਮਣੀ ਕਮੇਟੀ ਜਿਹੜੀ ਬਾਦਲ ਕੇ ਉੱਥੇ ਨੇ, ਕੋਈ ਲੰਗਰ ਖਾਂਦਾ ਫੜਿਆ ਗਿਆ, ਕੋਈ ਕਣਕ ਵੇਚਦਾ ਫੜਿਆ ਗਿਆ, ਕੋਈ ਦੁੱਧ ਵੇਚਦਾ ਫੜਿਆ ਗਿਆ, ਕੋਈ ਗੋਲਕ ਵੇਚਦਾ ਫੜਿਆ ਗਿਆ। ਬੀਬੀ ਜਗੀਰ ਕੌਰ ਆਈ, ਉਹ 3 ਕਰੋੜ ਦਾ ਜਿਹੜਾ ਸੀਗਾ ਸੋਲਰ ਸਿਸਟਮ 8 ਕਰੋੜ ਦਾ ਉੱਥੇ ਹੈ। ਇਹ ਚੋਰ ਬੈਠੇ ਨੇ। ਇੱਧਰ ਦਿੱਲੀ ਦੇ ਵਿੱਚ ਸਿਰਸਾ ਜਿਹੜਾ ਡੀਂਗਾ ਮਾਰਦਾ ਸੀ ਮੈਂ ਲੰਗਰ ਲਾਤੇ, ਇਹ ਵੀ ਆਟਾ ਚੋਰੀ ਵੇਚਦਾ ਫੜਿਆ ਗਿਆ। ਇਹਦੇ ਤੇ ਕਿੰਨੇ ਮੁਕੱਦਮੇ ਦਰਜ ਹੋ ਗਏ। ਜਿੱਥੇ ਇਹਨਾਂ ਲੋਕਾਂ ਨੇ ਸਿੱਖੀ ਦੀ ਬਦਨਾਮੀ ਕਰਾਉਣ ਦੀ ਕੁਝ ਕੋਸ਼ਿਸ਼ ਕੀਤੀ ਵਿਰੋਧੀ ਤਾਕਤਾਂ ਦੇ ਆਖੇ ਲੱਗ ਕੇ, ਉੱਥੇ ਸਿੱਖਾਂ ਨੇ ਆਪਣੀ ਪਛਾਣ ਨੂੰ ਸੁਰਖਰੂ ਰੱਖਦੇ ਆ ਦੁਨੀਆ ਭਰ 'ਚ ਲੰਗਰ ਲਾ ਦਿੱਤੇ। ਉਹ 20 ਰੁਪਈਏ ਬਾਬੇ ਦੇ। ਤੇ ਟਰੰਪ ਵਰਗਿਆਂ ਨੇ ਵੀ ਕਹਿ ਦਿੱਤਾ ਮਹਾਮਾਰੀਆਂ ਤੋਂ ਬਚਣ ਲਈ ਸਿੱਖ ਤੇ ਗੁਰਦੁਆਰਾ ਜ਼ਰੂਰੀ ਚਾਹੀਦਾ।
ਤੇ ਭੈਣ ਜੀ ਜਿਹੜੇ ਤੁਸੀਂ ਐਡੇ ਐਡੇ ਲੰਗਰ ਲਾ ਦਿੱਤੇ, ਕਿਸਾਨ ਭਰਾ ਬੈਠੇ ਨੇ, ਉਹਨਾਂ ਨੂੰ ਕੋਈ ਸਰਕਾਰ ਥੋੜਾ ਉੱਥੇ ਰੋਟੀ ਖਵਾ ਰਹੀ, ਕੋਈ ਗੁਰਦੁਆਰਾ ਕਮੇਟੀ ਥੋੜਾ ਰੋਟੀ ਖਵਾ ਰਹੀ ਹੈ। ਉਹ ਉਹੀ ਗੁਰੂ ਕੇ 20 ਰੁਪਈਏ ਹੀ ਚੱਲ ਰਹੇ ਨੇ। ਤੇ ਬੇਨਤੀ ਕਰਾਂਗਾ, ਇਹ ਜਦੋਂ ਆਉਂਦੇ ਨੇ, ਇੱਕ ਮੈਂਬਰ ਨੂੰ ਪਤਾ ਲੱਗਿਆ, ਅਸੀਂ ਉਹਦੀ ਵੀ ਪੜਤਾਲ ਕਰਾ ਰਹੇ ਕਿ 6 ਲੱਖ ਉਹਨੂੰ ਮਹੀਨੇ ਦਾ ਸਾਲ ਦਾ ਦਿੰਦੇ ਨੇ, ਔਰ 24 ਲੱਖ ਦੀ ਗੱਡੀ ਲੈ ਕੇ ਦਿੰਦੇ ਨੇ ਇਨੋਵਾ। ਇਹ ਸਭ ਕੁਝ ਬੰਦ ਕਰਾਂਗੇ, ਚੋਰੀ ਬੰਦ ਕਰਾਂਗੇ। 4-5 ਸੇਵਾਦਾਰ ਦਿੰਦੇ ਨੇ, ਫਿਰ ਹੋਰ ਉਹਨੂੰ ਤੇਲ ਦਿੰਦੇ ਨੇ। ਇਹ ਸਾਰੀਆਂ ਚੋਰੀਆਂ ਬੰਦ ਕਰਕੇ, ਤੇ ਜਿਹੜਾ ਹੋਰ ਸੋਨਾ ਤਾਂ ਪਿਛਲੇ ਦਿਨੀ ਦਿੱਲੀ ਦਾ ਪ੍ਰਧਾਨ ਸਿਰਸਾ ਪ੍ਰਧਾਨ ਮੰਤਰੀ ਨੂੰ ਦੇਣਾ ਚਾਹੁੰਦਾ ਸੀ ਲੋਕਡਾਊਨ ਦੀ ਕਰੋਨੇ ਦੀ ਆੜ ਹੇਠ, ਉਹ ਤੇ ਸਿੱਖ ਸੰਗਤਾਂ ਜਾਗ ਪਈਆਂ ਤੇ ਉਹਨਾਂ ਰੋਕ ਲਿਆ ਤੇ ਸੋਨਾ ਦੇ ਲੱਗੇ ਸੀ ਗੁਰਦੁਆਰਾ ਸਾਹਿਬ ਦਾ। ਔਰ ਇਹਨਾਂ ਨੇ ਸਾਰਾ ਕੁਝ ਲੁੱਟਣਾ ਹੈ। ਇੱਕ ਪ੍ਰਧਾਨ ਬਣਦਾ ਹੈ ਤੇ ਸ਼ਾਨ ਪੂਰਾ ਵੇਚਦਾ ਬਣਦਾ ਹੈ, ਪਰ ਜਿੱਦਣ ਲੈਂਦਾ ਹੈ ਉਹ 600 ਕਰੋੜ 1000 ਕਰੋੜ ਦਾ ਮਾਲਕ ਬਣ ਜਾਂਦਾ ਹੈ। ਜੇ ਇਹ ਚੋਰ ਹਜ਼ਾਰਾਂ ਕਰੋੜਾਂ ਦੇ ਮਾਲਕ ਬਣ ਗਏ ਨੇ, ਉਹ ਹਜ਼ਾਰਾਂ ਕਰੋੜਾਂ ਨਾਲ ਅਸੀਂ 10 ਰੁਪਈਆਂ 'ਚ ਬੱਚੇ ਕਿਉਂ ਨਹੀਂ ਪੜ੍ਹਾ ਸਕਦੇ? ਇਹ ਤਾਂ ਬਹੁਤ ਸੌਖਾ ਹੈ, ਅਸੀਂ 10 ਮੰਗ ਰਹੇ ਹਾਂ। ਮੈਂ ਤਾਂ ਕਹਿੰਦਾ ਫ੍ਰੀ 'ਚ ਹੋਣੇ ਚਾਹੀਦੇ ਨੇ। ਨਹੀਂ, ਵੈਸੇ ਖਾਲਸਾ ਪੰਥ ਇਹਨਾਂ ਚੜ੍ਹਦੀ ਕਲਾ ਵਿੱਚ ਹੈ, ਤਾਂ ਉਹ ਆਪਣੇ ਜਿਵੇਂ ਕਿ ਸਾਡੇ ਕੋਲ ਸਿੱਖਲੀ ਗਰਵੰਜਾਰਾ ਸਿੱਖ ਹੈਗੇ ਨੇ ਕਾਫੀ, ਉਹ ਵਿਚਾਰੇ ਉਹਨਾਂ ਨੂੰ ਪੜ੍ਹਾ ਸਕਦੇ ਹਾਂ ਜੀ। ਗੁਰਦੁਆਰੇ ਦਾ ਨਿਜ਼ਾਮ ਪ੍ਰਬੰਧ ਕਿਸੇ ਚੰਗੇ ਹੱਥਾਂ ਵਿੱਚ ਜਾਵੇਗਾ ਜੀ, ਬਿਲਕੁਲ ਚੜ੍ਹਦੀ ਕਲਾ ਜ਼ਰੂਰ ਹੋਵੇਗੀ। ਸੋ ਮੇਰੇ ਨਾਲ ਇੱਕ ਗੱਲ ਹੋਰ, ਕਿਸੇ ਆਪਾਂ ਪੜ੍ਹਦੇ ਸੀ ਕਿ ਬਾਲਾ ਸਾਹਿਬ ਵਿੱਚ ਕੋਈ ਹਸਪਤਾਲ ਬਣਾਇਆ ਜਾ ਰਿਹਾ ਹੈ ਜੀ, ਤੇ ਉਹ ਹਸਪਤਾਲ ਦੀ ਹਜੇ ਤੱਕ ਉਹਦਾ ਕੋਈ ਹੱਲ ਕਿਉਂ ਨਹੀਂ ਕੀਤਾ ਗਿਆ? ਤੇ ਜਿਹੜੀ ਇਮਾਰਤ ਉਹ ਹਾਲੇ ਤੱਕ ਜਿਹੜੀ ਸਿੱਖ ਸੰਗਤਾਂ ਨੇ ਕਰੋੜਾਂ ਰੁਪਏ ਦਿੱਤੇ ਸਨ, ਇਮਾਰਤ ਖਰਚੇ ਸਨ, ਉਹ ਇਮਾਰਤ ਹਜੇ ਤੱਕ ਅੰਦਰ ਕਿਉਂ ਬਣੀ ਹੋਈ ਹੈ? ਜੀ, ਤੇ ਜਿਹੜਾ ਗੁਰਦੁਆਰੇ ਵਿੱਚ ਜਿਹੜਾ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਕੇਂਦਰ ਸੀ, ਉਹਨੂੰ ਕਿਉਂ ਤੋੜਿਆ ਗਿਆ? ਹਾਂ ਭੈਣ ਜੀ, ਇਹ ਰਾਜਨੀਤੀ ਹੈ ਕਿ ਸਿੱਖਾਂ ਦਾ ਜਿਹੜਾ ਪੈਸਾ ਹੈ, ਜਿਹੜੀ ਹੁਣ 10 ਰੁਪਏ 'ਚ ਅਸੀਂ ਬੱਚੇ ਪੜ੍ਹਾਉਣ ਦੀ ਗੱਲ ਕਰਦੇ ਹਾਂ, ਇਹ ਲੋਕ ਤੁਹਾਡੇ ਪੈਸੇ, ਮੈਂ ਵਿਰੋਧੀ ਨਹੀਂ ਵੀ ਗੁਰੂ ਘਰ 'ਚ ਕੋਈ ਮਾੜੀ ਚੀਜ਼ ਲੱਗੇ, ਵਧੀਆ ਲੱਗਣੀ ਚਾਹੀਦੀ ਆ, ਪਰ ਇਹਦਾ ਕੀ ਮਤਲਬ ਹੋਇਆ ਕਿ ਦਿੱਲੀ ਦੀਆਂ ਸੰਗਤਾਂ ਨੇ ਦਸਵੰਧ ਦਿੱਤਾ, ਬਾਬਾ ਹਰਬੰਸ ਸਿੰਘ ਹੋਣਾ ਨੇ ਸੰਗਤਾਂ ਦੇ ਉਸ ਪੈਸੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਿਸਰਚ ਕੇਂਦਰ ਬਣਵਾਇਆ। ਇਹਨਾਂ ਲੋਕਾਂ ਨੇ ਉਹਨੂੰ ਤੋੜ ਕੇ ਉਹ ਇੱਕ ਪਾਸੇ ਕਰ ਦਿੱਤਾ। ਕਰੋੜਾਂ ਰੁਪਈਆਂ ਦੀ ਉਹ ਇਮਾਰਤ ਹੁਣ ਕਹਿਣ ਲੱਗੇ ਜੀ ਦੁਬਾਰੇ ਬਣਾਉਣੀ ਆ। ਵਜ੍ਹਾ ਫਿਰ ਜਿਹੜਾ ਬਾਲਾ ਸਾਹਿਬ ਹਸਪੀਟਲ ਆ, ਉਹ ਸਿੱਖਾਂ ਨੇ ਅਰਬਾਂ ਰੁਪਈਏ ਲਾ ਕੇ ਉਹਨੂੰ ਬਣਾਇਆ, ਇਹ ਨਖੰਡਰ ਬਣਾਈ। ਤੇ ਹੁਣ ਉੱਥੇ ਏਡਾ ਕੁਫਰ ਤੋਲਿਆ ਗਿਆ ਵੀ ਸਿਰੇ ਦਾ ਝੂਠਾ ਬੰਦਾ ਸੁਖਬੀਰ ਬਾਦਲ ਗਿਣਿਆ ਜਾਂਦਾ ਸੀ, ਤੇ ਹੁਣ ਉਹਦਾ ਛੋਟਾ ਭਾਈ ਸਿਰੇ ਦਾ ਗੱਪੀ ਬੰਦਾ ਸਿਰਸਾ ਗਿਣਿਆ ਜਾਣ ਲੱਗ ਗਿਆ, ਕਿਉਂਕਿ ਉਹਨਾਂ ਨੇ ਕਹਿ ਦਿੱਤਾ ਜੀ ਇੱਥੇ 50 ਰੁਪਈਆਂ 'ਚ MRI ਹੁੰਦੀ ਜੀ, ਫਲਾਣਾ ਹੁੰਦਾ ਜੀ, ਉੱਥੇ 100 ਬੈੱਡ ਲਿਆਤਾ ਜੀ, ਉੱਥੇ ਉਹ 30 ਬੈੱਡ ਸੀ ਤੇ ਪੁਰਾਣੀਆਂ ਮਸ਼ੀਨਾਂ ਫਿੱਟ ਕਰਕੇ ਲੋਕਾਂ ਨੂੰ ਇੱਕ ਚੋਣਾਂ ਦੇ ਵਿੱਚ ਵੋਟਾਂ ਲੈਣ ਲਈ ਵੱਡਾ ਧੋਖਾ ਕੀਤਾ। ਗੁਰੂ ਦੀ ਹਜ਼ੂਰੀ 'ਚ ਕੁਫਰ ਤੋਲਿਆ ਗਿਆ, ਝੂਠ ਬੋਲਿਆ ਗਿਆ। ਇਹ ਲੋਕ ਝੂਠ ਵੀ ਉੱਥੇ ਬੋਲਦੇ ਨੇ ਜਿੱਥੇ ਆਪਾਂ ਸਾਰੇ ਜਾ ਕੇ ਬਖਸ਼ਾਉਂਦੇ ਹਾਂ, ਔਰ ਇਹਦੇ ਲਈ ਜ਼ਿੰਮੇਵਾਰ ਵੀ ਕਿਤੇ ਨਾ ਕਿਤੇ ਆਪਾਂ ਹੀ ਆ, ਕਿਉਂਕਿ ਅਸੀਂ ਇਹਨਾਂ ਲੋਕਾਂ ਨੂੰ ਵੋਟਾਂ ਪਾ ਕੇ ਉੱਥੇ ਭੇਜਿਆ ਹੋਇਆ। ਇਹ ਸਭ ਕੁਛ ਗੰਦੀ ਰਾਜਨੀਤੀ ਹੈ ਕਿ ਸਿੱਖਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਤੱਕ ਨਹੀਂ ਪਹੁੰਚਣ ਦੇਣਾ। ਕਿਤੇ ਉਹ IAS IPS PCS MBBS LLB ਜੇ ਕਿਤੇ ਉਹ ਗਿਆਨੀ ਧਿਆਨੀ ਬਣ ਗਏ, ਇਹਨਾਂ ਅਮਲੀ ਤੇ ਝੂਠੇ ਲੋਕਾਂ ਨੂੰ ਕਿਸੇ ਨੇ ਪੰਥਕ ਆਗੂ ਨਹੀਂ ਮੰਨਣਾ। ਇਸ ਲਈ ਇਹ ਨਹੀਂ ਚਾਹੁੰਦੇ ਕਿ ਉਹ ਬੱਚੇ ਉੱਥੇ ਤੱਕ ਪਹੁੰਚ ਜਾਣ। ਉਹਨਾਂ ਨੂੰ ਰੋਕਣ ਲਈ ਤੁਹਾਡਾ ਸਰਮਾਇਆ ਲੰਗਰਾਂ ਦੇ ਵਿੱਚ ਤੇ ਇਮਾਰਤਾਂ ਦੇ ਵਿੱਚ ਹੀ ਖਪਤ ਕਰਨਾ ਚਾਹੁੰਦੇ ਨੇ। ਇਹ ਇਹਨਾਂ ਦੀ ਘਟੀਆ ਕਿਸਮ ਦੀ ਰਾਜਨੀਤੀ ਨੇ, ਉਹ ਤੁਹਾਡਾ ਸਭ ਕੁਝ ਬਰੀ ਚਾੜ ਦਿੱਤਾ ਹੈ। ਅੱਜ ਤੁਸੀਂ ਸਿੱਖ ਨੀਤੀ ਲਿਆਓ, ਗੁਰੂ ਹਰ ਰਾਏ, ਉੱਥੇ 52 ਬਾਗ ਵੀ ਲੱਗਣਗੇ ਤੇ ਉੱਥੇ ਮਹਾਰਾਜ ਜੀ ਦੇ ਦਵਾਖਾਨੇ ਵੀ ਹੋਣਗੇ ਤੇ ਭਾਈ ਕਨਈਆ ਜੀ ਵੀ ਉੱਥੇ ਮਿਲੇਗਾ ਜਿਹੜਾ ਤੁਹਾਡਾ ਇਲਾਜ ਵੀ ਕਰ ਸਕਦਾ ਹੈ। ਇਹ ਤਾਂ ਤੁਸੀਂ ਸਿੱਖ ਨੀਤੀ ਅੱਜ ਬਹਾਲ ਕਰ ਲਓ, ਨਹੀਂ ਕਰੋਗੇ। NGO ਨੂੰ ਕਦੇ ਦਿੱਤਾ ਸੀਗਾ ਕੋੜੀ ਖਾਨਾ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦਾ, ਅੱਜ ਉੱਥੇ ਸਿੱਖਾਂ ਦਾ ਨਾਮੋ ਨਿਸ਼ਾਨ ਹੈ ਨਹੀਂ, ਉੱਥੇ ਈਸਾਈ ਵੀਰਾਂ ਦੇ ਨਾਮੋ ਨਿਸ਼ਾਨ ਨੇ ਤੇ ਈਸਾਈ ਹੀ ਉਹਨੂੰ ਚਲਾ ਰਹੇ ਨੇ। ਇਸੇ ਤਰ੍ਹਾਂ ਹੀ ਇਹ ਦਿੱਲੀ ਦੇ ਵਿੱਚ ਹੋਣ ਵਾਲਾ ਹੈ। ਪਹਿਲਾਂ ਉਹ ਸਰਨੇ ਕੇ ਵੇਚਣਾ ਚਾਹੁੰਦੇ ਸੀ, ਹੁਣ ਇਹ ਵੇਚਣ ਤੇ ਲੱਗਾ ਹੋਇਆ ਹੈ ਕਿ ਉਹ ਇਸੇ ਤਰ੍ਹਾਂ ਉਹ ਇਮਾਰਤ ਜਿਹੜੀ ਸੀ ਉਹ ਖੰਡਰ ਬਣੀ, ਕਿਉਂਕਿ ਇਹਨਾਂ ਨੂੰ ਇਹ ਸੀ ਵੀ ਸਾਡੇ ਕਿੰਨੇ ਕੁ % ਉਹਦੇ ਚ ਆਉਂਦੇ। ਪ੍ਰੋਬਲਮ ਉਹ ਸਾਰੀ ਪਰਸੈਂਟੇਜ ਦੀ ਹੈ। ਤੇ ਹੁਣ ਉਹ ਬੇਨਤੀ ਕਰਾਂਗਾ ਕਿ ਸਭ ਕਾਹੇ ਦਾ ਹੱਲ ਇੱਕੋ ਹੀ ਹੈ,
ਇਹ ਰਾਜਨੀਤਿਕ ਨੀਚ ਰਾਜਨੀਤੀ ਕਰਨ ਵਾਲਿਆਂ ਨੂੰ ਕੱਢੋ ਤੇ ਸਿੱਖ ਨੀਤੀ। ਧੰਨਵਾਦ ਤੁਹਾਡਾ। ਤੇ ਅਸੀਂ ਜਿਹੜੀ ਇੱਕ ਹੋਰ ਜਿਹੜੀ ਮੁਹਿੰਮ ਗੱਲ ਅਸੀਂ ਦੇਖ ਰਹੇ ਹਾਂ, ਜਦੋਂ ਪਹਿਲੀਆਂ ਸਮੇਂ ਦੇ ਵਿੱਚ ਆਪਾਂ ਜਦੋਂ ਝਾਤ ਮਾਰੀ ਗੁਰੂ ਕਲਗੀਧਰ ਪਾਤਸ਼ਾਹ ਦੇ ਸਮੇਂ 'ਚ ਠੰਡਾ ਬੁਰਜ ਹੁੰਦਾ ਸੀਗਾ, ਕੱਚੀ ਕੰਧ ਹੁੰਦੀ ਸੀ, ਹੋਰ ਕਈ ਇਤਿਹਾਸਿਕ ਗੁਰਦੁਆਰੇ, ਇਸ ਕਾਰ ਸੇਵਾ ਦੇ ਨਾਮ ਤੇ ਇਹਨਾਂ ਦਾ ਮਲਿਆਮੀਟ ਕਿਉਂ ਕੀਤਾ ਜਾ ਰਿਹਾ ਹੈ? ਉਹ ਤਾਂ ਕੀਤਾ ਜਾ ਰਿਹਾ ਜੀ, ਚਾਹੇ ਉਹ ਤੁਹਾਡਾ ਠੰਡਾ ਬੁਰਜ ਹੋਵੇ, ਕੱਚੀ ਗੜੀ ਹੋਵੇ, ਸਰਹੰਦ ਦੀ ਦੀਵਾਰ ਹੋਵੇ, ਬੀਬੀ ਨਾਨਕੀ ਜੀ ਦਾ ਘਰ ਹੋਵੇ, ਜਾਂ ਉਹ ਗੁਰੂ ਕੇ ਮਹਿਲ ਹੋਣ, ਹੋਰ ਬਹੁਤ ਬਾਬਾ ਦੀਪ ਸਿੰਘ ਜੀ ਵੱਲੋਂ ਸੇਵਾ ਕਰਵਾਈ ਦਮਦਮਾ ਸਾਹਿਬ ਹੋਵੇ, ਜਾਂ ਦਿੱਲੀ ਦੇ ਵਿੱਚ ਸਾਡੇ ਵਿਰਾਸਤਾਂ ਪੁਰਾਤਨ ਹੋਣ, ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪੁਰਾਤਨ ਦਰਵਾਜ਼ੇ ਹੋਣ, ਉਹ ਸਭ ਕਾਹੇ ਦੀ ਸਰਕਾਰ ਨੇ ਕਾਰ ਸੇਵਾ ਦੇ ਨਾਮ ਹੇਠ ਮਾਰ ਸੇਵਾ ਇਸ ਕਰਕੇ ਕਰਵਾਈ ਹੈ ਕਿ ਸਿੱਖਾਂ ਦੀ ਕੋਈ ਵੀ ਨਿਸ਼ਾਨੀ ਇੱਥੇ ਰਹਿਣੀ ਨਹੀਂ ਚਾਹੀਦੀ, ਤਾਂ ਜੋ ਆਉਣ ਵਾਲੇ ਕੁਝ ਸਾਲਾਂ ਇੱਥੇ ਇਹ ਆਖਿਆ ਜਾਵੇ ਕਿ ਜਿੱਦਾਂ ਅਸੀਂ ਕਹਿੰਦੇ ਕਦੇ ਸਿੱਖ ਰਾਜ ਹੁੰਦਾ ਸੀ, ਕਦੇ ਨਨਕਾਣਾ ਸਾਹਿਬ ਵੀ ਸਾਡੇ ਕੋਲੇ ਹੁੰਦਾ ਸੀ, ਕਦੇ ਪੰਜਾਬ ਹੁੰਦਾ ਸੀ, ਕਦੇ ਹਰਿਮੰਦਰ ਸਾਹਿਬ ਅਕਾਲ ਤਖਤ ਹੁੰਦਾ ਸੀ, ਕਦੇ ਸੀਸਗੰਜ ਹੁੰਦਾ ਸੀ, ਤੇ ਕਦੇ ਧਰਤੀ ਤੇ ਸਿੱਖ ਵੀ ਹੁੰਦੇ ਸਨ। ਇਹ ਮਾਹੌਲ ਉਹ ਸਿਰਜਿਆ ਜਾ ਰਿਹਾ ਹੈ। 8 ਸਾਲ ਬਾਬੇ ਭੂਰੀ ਵਾਲੇ ਤੇ ਬਾਦਲ ਕੇ ਗਰਾਈ ਖਾਂਦੇ ਰਹੇ ਦਰਵਾਜ਼ਿਆਂ ਦੀ। 8 ਮਹੀਨਿਆਂ ਚ ਉਹਨਾਂ ਨੇ ਦਰਵਾਜ਼ੇ ਹੋਰ ਬਣਾ ਕੇ ਉੱਥੇ ਚਾੜ ਦਿੱਤੇ ਨੇ, ਪੁਰਾਣੇ ਜਾਣ ਬੁੱਝ ਕੇ ਖਰਾਬ ਕੀਤੇ ਗਏ, ਕਿਉਂਕਿ ਉਹਨਾਂ ਦਰਵਾਜ਼ਿਆਂ ਨੂੰ ਵੇਖ ਕੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਸ਼ੇਰੇ ਪੰਜਾਬ ਉਹ ਸਿੱਖ ਰਾਜ ਸਾਹਮਣੇ ਆਉਂਦਾ ਹੈ ਵੀ ਸਿੱਖ ਰਾਜ ਨੇ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਜਿਹੜੀਆਂ ਹਜ਼ਾਰਾਂ ਬਾਬੇ ਤੇ ਹਜ਼ਾਰਾਂ ਬਾਦਲ ਕੇ ਇਕੱਠੇ ਹੋ ਕੇ ਨਹੀਂ ਬਣਾ ਸਕਦੇ। ਇਹਨਾਂ ਲੋਕਾਂ ਨੂੰ ਉਹ ਸਿੱਖ ਵਿਰਾਸਤਾਂ ਜਿਹੜੀਆਂ ਸੀ ਉਹ ਹਜਮ ਨਹੀਂ ਹੋਈਆਂ, ਕਿਉਂਕਿ ਸਰਕਾਰ ਤੇ ਸਿੱਖ ਵਿਰੋਧੀ ਤਾਕਤਾਂ ਦੀਆਂ ਕਠਪੁਤਲੀਆਂ ਨੇ ਇਹ ਤੁਹਾਡਾ ਸਰਮਾਇਆ ਖਤਮ ਕਰਨ ਤੇ ਤੁਲੇ ਹੋਏ ਨੇ, ਔਰ ਉਹ ਵਿਦ ਪਲਾਨ ਉਹਨਾਂ ਨੇ ਉਹ ਕੰਮ ਜਿਹੜਾ ਸੀ ਉਹ ਕੀਤਾ ਤੇ ਅੱਜ ਵੀ ਕਰ ਰਹੇ ਨੇ। ਬਚਾਉਣ ਵਾਸਤੇ ਹੱਲ ਇੱਕੋ ਹੀ ਹੈ, ਸਿਲੈਕਸ਼ਨ ਵਾਲੇ ਲੋਕ ਆ ਇਲੈਕਸ਼ਨ 'ਚ ਫਸਾਏ ਗਏ ਆ, ਸਾਡੀ ਮਜਬੂਰੀ ਅੱਜ ਇਲੈਕਸ਼ਨ ਲੜਨਾ, ਲੜ ਕੇ ਉਸ ਸਿਸਟਮ 'ਚ ਜਾ ਕੇ ਮੁੜ ਆਪਣੇ ਉਹੀ ਆਨੰਦਪੁਰ ਸਾਹਿਬ ਮਤੇ ਵੱਲ ਨੂੰ ਪਰਤਣਾ, ਤੇ ਹੱਲ ਉਹੀ ਹੈ ਜੀ, ਸਿੱਖ ਨੀਤੀ ਲਿਆਈਏ। ਸੋ ਧੰਨਵਾਦ, ਕਿਉਂਕਿ ਅਸੀਂ ਜਦ ਦੇ ਬਚਪਨ ਤੋਂ ਪੜ੍ਹ ਕੇ ਆਏ ਕਿ ਗੁਰਦੁਆਰੇ ਦਾ ਜਿਹੜਾ ਨਿਜ਼ਾਮ ਸਿਰਫ ਸਿਲੈਕਸ਼ਨ ਹੀ ਹੁੰਦੀ ਸੀ, ਇਲੈਕਸ਼ਨ ਕਦੀ ਨਹੀਂ ਹੋਈ। ਇਹ ਜਾਣ ਕੇ ਸਾਨੂੰ ਬੜੀ ਹੀ ਮਤਲਬ ਦੁੱਖ ਪਹੁੰਚਦਾ ਹੈ ਕਿ ਜਦੋਂ ਵੀ ਗੁਰਦੁਆਰੇ ਦਾ ਸਿਲੈਕਸ਼ਨ ਹੋਣਾ, ਉੱਥੇ ਇਲੈਕਸ਼ਨ ਹੋ ਕੇ ਕਾਫੀ ਕੁਝ ਉਹਦੇ ਵਿੱਚ ਕੀਤਾ ਜਾਂਦਾ, ਜਿਹਦੇ ਨਾਲ ਗੁਰੂ ਘਰ ਦੀ ਬੇਅਦਬੀ ਹੁੰਦੀ, ਗੁਰੂ ਘਰ ਦੀ ਮਾਇਆ ਦਾ ਦੁਰਵਰਤੋਂ ਕੀਤੀ ਜਾਂਦੀ ਹੈ, ਹੋਰ ਕਈ ਕੁਛ ਇਹਦੇ ਵਿੱਚ ਸਿਆਸਤਦਾਨਾਂ ਨੂੰ ਦਿੱਤੇ ਜਾਂਦੇ ਨੇ ਇੱਕ ਦੂਜੇ ਦੇ ਨਾਲ ਪੈਸੇ ਦੇ ਵਿੱਚ, ਤੂੰ ਇਹਨੇ ਲੈ ਲਾ, ਮੈਂ ਤੈਨੂੰ ਇੰਨੇ ਪੈਸੇ, ਤੂੰ ਮੇਰੇ ਹੱਕ ਵਿੱਚ ਵੋਟ ਪਾਵੀਂ, ਇਹ ਸਾਰਾ ਕੁਝ ਚੱਲਦਾ ਹੈਗਾ ਇਹਦੇ ਵਿੱਚ। ਸੋ ਇਹਦੇ ਨਾਲ ਅਸੀਂ ਇੱਕ ਪੁੱਛਣਾ ਚਾਹਾਂਗੇ ਇਹਦੇ ਵਿੱਚ, ਕਿਉਂਕਿ ਪਿਛਲੇ ਦਿਨਾਂ 'ਚ ਹੀ ਅਸੀਂ ਦੇਖ ਰਹੇ ਸੀ ਫੇਸਬੁੱਕ ਤੇ ਇੱਧਰ ਤੁਹਾਨੂੰ ਦੇਖ ਰਹੇ ਸੀ ਕਿ ਨਾਲ ਹਰਿਮੰਦਰ ਸਾਹਿਬ ਦੇ ਸਰਾਂ ਦੇ ਵਿੱਚ, ਮਤਲਬ ਜਿੱਥੋਂ ਕਿ ਆਪਾਂ ਜਾਂਦੇ ਉੱਥੇ ਕਾਫੀ ਇੱਟਾਂ ਪਈਆਂ ਹੋਈਆਂ ਸੀ, ਇੱਟਾਂ ਦੇ ਉੱਪਰ ਰਾਮ ਲਿਖਿਆ ਸੀ, ਉਹ ਇੱਟਾਂ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਕੀ ਕਰ ਰਹੀਆਂ ਸੀ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾ ਸਕਦੇ ਹੋ ਤੁਸੀਂ? ਹਾਂ, ਇਹ ਵੀ ਮਸਲਾ ਸਿੱਖ ਸਦਭਾਵਨਾ ਦਲ ਵੱਲੋਂ ਪਿਛਲੇ ਦਿਨੀ ਜੁਝਾਰ ਅਦਾਰੇ ਦੇ ਰਾਹੀਂ ਸਿੱਖ ਸੰਗਤਾਂ ਦੇ ਸਾਹਮਣੇ ਲਿਆਂਦਾ ਗਿਆ ਸੀ, ਜਾਂ ਹੋਰ ਮੇਰੇ ਵੀਰ ਅਖਬਾਰਾਂ ਵਾਲਿਆਂ ਨੇ ਯੋਗਦਾਨ ਉਹਦੇ 'ਚ ਪਾਇਆ, ਟੀਵੀ ਚੈਨਲਾਂ ਨੇ, YouTube ਵਾਲਿਆਂ ਨੇ, ਸਾਰਿਆਂ ਨੇ ਜਿੱਥੋਂ ਜਿਹਨੂੰ ਪਤਾ ਗੱਲ ਸਾਹਮਣੇ ਲਿਆਂਦੀ। ਉਹ ਰਾਮ ਸ਼ਬਦ ਵਾਲੀਆਂ ਇੱਟਾਂ ਦਰਬਾਰ ਸਾਹਿਬ ਦੇ ਇਰਦ ਗਿਰਦ ਸੀਵਰੇਜ ਦੇ ਵਿੱਚ ਲਾਈਆਂ ਗਈਆਂ, ਔਰ ਉਹਦਾ ਵਿਰੋਧ ਜਿਹੜਾ ਸੀ ਸਭ ਤੋਂ ਪਹਿਲਾਂ ਤਾਂ ਹਿੰਦੂ ਵੀਰਾਂ ਨੂੰ ਕਰਨਾ ਚਾਹੀਦਾ ਸੀਗਾ। ਉਦੋਂ ਬਾਅਦ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਤਨਾਮ ਲਿਖੇ, ਵਾਹਿਗੁਰੂ ਲਿਖੇ, ਇੱਕ ਓੰਕਾਰ ਲਿਖ ਕੇ ਕੋਈ ਪੈਰਾਂ 'ਚ ਤਖਤੀ ਰੱਖੇ ਜਾਂ ਇੱਟ ਰੱਖੇ, ਜੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਅਸੀਂ ਰਾਮ ਸ਼ਬਦ ਵੀ ਕਿਵੇਂ ਬਰਦਾਸ਼ਤ ਕਰ ਸਕਦੇ ਸਾਂ, ਕਿਉਂਕਿ ਰਾਮ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰ ਆਇਆ, ਔਰ ਉਹ ਰਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਲਈ ਵਰਤਿਆ ਗਿਆ। ਪਰ ਚਲੋ ਇੱਕ ਹਿੰਦੂ ਦੀ ਜਿਹੜੀ ਉਹ ਭਾਵਨਾ ਹੈ, ਉਹ ਰਾਮ ਚੰਦਰ ਤੇ ਜਾਂ ਹੋਰ ਕਿਸ ਢੰਗ ਨਾਲ ਉਹ ਯਾਦ ਕਰਦੇ ਨੇ, ਉਹਨਾਂ ਦੀ ਟਿਕੀ ਹੋਈ ਆ। ਅਸੀਂ ਨਹੀਂ ਚਾਹਾਂਗੇ ਕਿ ਉਹ ਸ਼ਬਦ ਲਿਖ ਕੇ ਤੇ ਸੀਵਰੇਜ ਦੇ ਵਿੱਚ ਇੱਟਾਂ ਲੱਗਣ। ਉਹ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਲਾਈਆਂ ਗਈਆਂ, ਔਰ ਉਹਦਾ ਵਿਰੋਧ ਕਿਸੇ ਵੀ ਹਿੰਦੂ ਜਥੇਬੰਦੀ ਨੇ ਨਹੀਂ ਕੀਤਾ,
ਜਿੱਥੋਂ ਇਹ ਸਪਸ਼ਟ ਹੁੰਦਾ ਹੈ ਕਿ ਬਾਦਲ ਕਿਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਾਬਰੀ ਮਸਜਿਦ ਦੀ ਤਰ੍ਹਾਂ ਇਹ ਗੱਲ ਠਾਣ ਲਈ ਹੈ ਕਿ ਆਉਣ ਵਾਲੇ ਸਮੇਂ 'ਚ ਜਾਂ ਤਾਂ ਵਿਸ਼ਨੂੰ ਮੰਦਿਰ ਬਣੂ ਜਾਂ ਉਹ ਰਾਮ ਮੰਦਿਰ ਬਣੂ, ਕਿਉਂਕਿ ਉਦੋਂ ਇੱਟਾਂ ਉਹ ਕੱਢੀਆਂ ਜਾਣੀਆਂ ਨੇ ਔਰ ਉਦੋਂ ਇੱਕ ਬਖੇੜਾ ਵੀ ਖੜਾ ਹੋ ਸਕਦਾ ਹੈ ਕਿ ਇਹ ਇੱਟਾਂ ਪੈਰਾਂ 'ਚ ਲਾ ਕੇ ਤੁਸੀਂ ਸਾਡੀ ਬਦਨਾਮੀ ਕਰ ਰਹੇ ਹੋ, ਸਾਡੇ ਗੁਰੂਆਂ ਪੀਰਾਂ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ, ਭਾਵਨਾ ਨੂੰ ਠੇਸ ਮਾਰ ਰਹੇ ਹੋ, ਅਸੀਂ ਵੀ ਤੁਹਾਡੇ ਗੁਰਾਂ ਪੀਰਾਂ ਦੀ ਨਰਾਦਰੀ ਕਰਾਂਗੇ। ਔਰ ਇਹਦੇ 'ਚ ਇੱਕ ਭਰਾ ਮਾਰੂ ਜਾਂ ਦੂਜੀ ਤੀਜੀ ਅਸੀਂ ਫਿਰਕਾ ਪ੍ਰਸਤੀ ਦੀ ਜੰਗ ਕਰਾਉਣੀ ਚਾਹੁੰਦੇ ਨੇ ਇਹ ਲੋਕ। ਇਹ ਸਭ ਕੁਝ ਸਾਹਮਣੇ ਲਿਆਂਦਾ ਔਰ ਉਹ 25 ਅਪ੍ਰੈਲ ਤੋਂ ਬਾਅਦ ਅਸੀਂ ਉਧਰ ਫਿਰ ਹੋਵਾਂਗੇ, ਉਹ ਪਤਾ ਕਰਾਂਗੇ ਇੱਟਾਂ ਪੁੱਟੀਆਂ ਗਈਆਂ ਕਿ ਨਹੀਂ। ਜੇ ਨਹੀਂ ਪੁੱਟੀਆਂ ਗਈਆਂ ਤੇ ਸਿੱਖ ਸਦਭਾਵਨਾ ਦਲ ਉਹਨਾਂ ਇੱਟਾਂ ਨੂੰ ਜ਼ਰੂਰ ਪਟਾਊ। ਔਰ ਇੱਕੋ ਜੀ ਸਾਜ਼ਿਸ਼ ਹੈ ਕਿ ਹਰਿਮੰਦਰ ਸਾਹਿਬ ਨੂੰ ਰਾਮ ਮੰਦਿਰ ਜਾਂ ਵਿਸ਼ਨੂੰ ਮੰਦਿਰ ਕਿਵੇਂ ਬਣਾਉਣਾ ਹੈ। ਇਹ ਬੜੀ ਗੰਦੀ ਰਾਜਨੀਤੀ ਖੇਡੀ ਜਾ ਰਹੀ ਹੈ ਔਰ ਬਾਦਲ ਕਿਆਂ ਦਾ ਇਹਦੇ 'ਚ ਵੱਡਾ ਯੋਗਦਾਨ ਹੈ। ਤੇ ਸਾਡੇ ਵਾਲੇ ਜਿਹੜੇ ਸੀ ਆਪਣੇ ਆਪ ਨੂੰ ਪੰਥਕ ਖਵਾਉਣ ਵਾਲੇ, ਉਹ ਕਿਤੇ ਨਾ ਕਿਤੇ ਜ਼ਬਾਨ ਨੂੰ ਜਿੰਦਰਾ ਮਾਰੀ ਬੈਠੇ ਨੇ, ਜਿਹੜੀਆਂ ਬਾਦਲ ਕਿਆਂ ਦੀਆਂ ਬੇ ਟੀਮਾਂ ਨੇ। ਸੋ ਅਸੀਂ ਧੰਨਵਾਦ ਕਰਦੇ ਹਾਂ ਤੁਹਾਡੇ ਨਾਲ। ਸਾਡਾ ਸਮਾਂ ਸਾਨੂੰ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਥੋੜਾ ਉੱਪਰ ਹੋ ਗਿਆ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਕੋਲ ਹੋਰ ਸਮਾਂ ਲੈ ਕੇ ਤੁਹਾਡੇ ਨਾਲ ਹੋਰ ਗੱਲ ਅੱਗੇ ਬਾਤ ਕੀਤੀ ਜਾਵੇ। ਸੋ ਅਸੀਂ ਆਸ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਇਸ ਸਮੇਂ ਇਲੈਕਸ਼ਨ ਹੋ ਰਹੀਆਂ ਨੇ, ਭਾਈ ਸਾਹਿਬ ਵੱਲੋਂ ਟੇਬਲ ਲੈਂਪ ਹੈਗਾ, ਤੇ ਕਿਰਪਾ ਕਰਕੇ ਤੁਸੀਂ ਸੁਣ ਰਹੀਏ। ਤੁਸੀਂ ਭਾਈ ਸਾਹਿਬ ਜੀ ਆਪਣੇ ਆਖਰੀ ਇੱਕ ਅੱਧੇ ਮਿੰਟ ਵਿੱਚ ਸੰਗਤ ਨੂੰ ਦੱਸੋ ਕਿ ਉਹਨਾਂ ਨੇ ਕਿੱਥੇ ਨਿਸ਼ਾਨ ਲਗਾਉਣਾ ਤੇ ਕਿਵੇਂ ਆਪ ਜੀ ਦੇ ਨਾਲ ਸਹਿਯੋਗ ਦੇ ਸਕਦੇ ਨੇ। ਮੈਂ ਸਮੁੱਚੀ ਦੁਨੀਆ ਭਰ ਦੇ ਸਿੱਖ ਸੰਗਤਾਂ ਨੂੰ ਅਪੀਲ ਕਰਾਂਗਾ ਹੱਥ ਬੰਨ੍ਹ ਕੇ ਕਿ ਤੁਹਾਡੇ ਜਿੰਨੇ ਵੀ ਰਿਸ਼ਤੇਦਾਰ ਸਾਕ ਸੰਬੰਧੀ ਦਿੱਲੀ ਦੇ ਵਿੱਚ ਹੈਗੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਕਰੋ, ਰੱਬ ਦਾ ਵਾਸਤਾ ਹੈ, 100 ਸਾਲ ਬਾਅਦ ਇਤਿਹਾਸ ਸਿਰਜਣ ਦਾ ਸਮਾਂ ਮਿਲਿਆ ਹੈ ਆਪਾਂ ਨੂੰ। 100 ਸਾਲਾਂ ਮਨਾ ਰਹੇ ਭਾਈ ਲਛਮਣ ਸਿੰਘ ਦਾ। ਅੱਜ ਇਹ ਨਰੈਣੂ ਮਹੰਤ ਜਿਹੜੇ ਗੁਰੂ ਘਰਾਂ ਦੇ ਵਿੱਚ ਨੀਚ ਕਿਸਮ ਦੀ ਰਾਜਨੀਤੀ ਕਰ ਰਹੇ ਨੇ, ਚਾਹੇ ਉਹ ਰਾਜਨੀਤੀ ਦੀ ਕਾਰ ਭਜਾਈ ਫਿਰਨ ਤੇ ਚਾਹੇ ਬਾਲਟੀਆਂ ਚੁੱਕੀ ਫਿਰਨ ਤੇ ਚਾਹੇ ਉਹ ਕਿਤਾਬਾਂ ਫੜੀ ਫਿਰਨ। ਕੋਈ ਬਾਦਲ ਕਿਆਂ ਦੀਆਂ ਬੀ ਟੀਮਾਂ ਨੇ ਤੇ ਕੁਝ ਕਾਂਗਰਸੀਆਂ ਦੀਆਂ ਬੀ ਟੀਮਾਂ। ਆਓ ਇਹਨਾਂ ਦੇ ਸਫਾਏ ਵਾਸਤੇ ਟੇਬਲ ਲੈਂਪ ਜਗਾਓ। ਜੇ ਤੁਸੀਂ ਇਤਿਹਾਸ ਸਿਰਜਣਾ ਹੈ, ਆਉਣ ਵਾਲੇ ਬੱਚਿਆਂ ਦੀ ਐਜੂਕੇਸ਼ਨ, ਮੈਡੀਕਲ, ਭਵਿੱਖ, ਸਿੱਖੀ, ਸਿਧਾਂਤ ਔਰ ਫਿਊਚਰ ਨੂੰ ਜਿਉਂਦਾ ਰੱਖਣਾ ਹੈ, ਗੁਰੂ ਪੰਥ ਗੁਰੂ ਗ੍ਰੰਥ ਨੂੰ, ਤਾਂ ਟੇਬਲ ਲੈਂਪ ਦੇ ਰਾਹੀਂ ਸਿੱਖ ਨੀਤੀ ਦੀ ਚੋਣ ਕਰਿਓ। ਤੇ ਜੇ ਸਭ ਕਾਹੇ ਦੀਆਂ ਜੜ੍ਹਾਂ ਪੁੱਟਣੀਆਂ ਨੇ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਕਹਿ ਸਕਦਾ। ਤੇ 25 ਅਪ੍ਰੈਲ ਤੋਂ ਦੋਸ਼ੀ ਕੌਣ ਹੋਊ, ਇਹ ਵੀ ਆਪਣੇ ਆਪ ਨੂੰ ਜ਼ਰੂਰ ਪੁੱਛਿਓ। ਇਸ ਲਈ ਅਪੀਲ ਕਰਦਾ ਕਿ 25 ਅਪ੍ਰੈਲ ਨੂੰ ਟੇਬਲ ਲੈਂਪ ਤੇ ਮੋਹਰਾਂ ਲਾਓ, ਸਿੱਖ ਨੀਤੀ ਲਿਆਓ, ਰਾਜਨੀਤਿਕ ਭਜਾਓ, ਗੁਰੂ ਘਰੋਂ ਗੋਲਕ ਚੋਰ ਕੱਢੀਏ, ਦਖਲਅੰਦਾਜ਼ੀ ਸਿਆਸੀ ਬੰਦ ਕਰੀਏ, ਸਿੱਖ ਬੱਚਿਆਂ ਨੂੰ ਪੜ੍ਹਾਈ ਦਵਾਈ ਦੇ ਕੇ ਉਹਨਾਂ ਨੂੰ ਗੁਰੂ ਪੰਥ ਦੇ ਸੇਵਾਦਾਰ ਬਣਾਈਏ। ਇੰਨਾ ਹੀ ਕਹਿਣਾ ਚਾਹੁੰਦਾ ਜੀ। ਸੋ ਧੰਨਵਾਦ ਅਸੀਂ ਬਹੁਤ ਬਹੁਤ ਕਰਦੇ ਹਾਂ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਉਹਨਾਂ ਵਾਲਾ। ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਜੀ ਆਇਆਂ ਨੂੰ। ਆਸ ਕਰਾਂਗੇ ਕਿ ਅਗਲੇ ਵਾਹਿਗੁਰੂ ਜੀ ਕਾ ਖਾਲਸਾ, ਸਾਥ ਦਿਓ। ਸੋ ਤੁਸੀਂ ਸਾਰੇ ਦੇਖਦੇ ਰਹੋ ਪੰਜਾਬੀ ਵਿਰਾਸਤ USA। ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨੇ ਸਾਡੇ ਨਾਲ, ਤੇ ਸਾਡਾ ਇਸ ਪ੍ਰੋਗਰਾਮ ਨੂੰ ਦੇਖਦੇ ਵੀ ਰਹਿਣਾ, ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜ਼ਰੂਰ। ਸੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।